सतनाम श्री वाहिगुरु साहिब जी। तुमरे शरण तुम्हारी आशा, तुम ही शरण सुहेले। राखो राखन हर दयाला, नानक करके गोले। सतनाम श्री वाहिगुरु जी। गुजरी महला पहला। कवन कवन जाचे प्रभु दाते, ताके अंत ना परह समार। जैसे भूख होए अभ्यंतर, तू समरत सच देवनहार। ऐ जी जप तप संयम सच आधार। हर हर नाम देह सुख पाइय, तेरी भगत परे भंडार। रहाओ सुन समाध रह लिव लागे, एकाएकी शब्द विचार। जल तल धरन गगन तह नाई, आपे आप किया करतार। सुन समाध रह लिव लागे, एकाएकी शब्द विचार। जल तल धरन गगन तह नाई, आपे आप किया करतार। वाहिगुरु जी का खालसा, वाहिगुरु जी की फतेह। हम चक्र गोबिंद के ठाकुर मेरा भारा। करण करावण सगल बिद, सो सतगुरु हमारा। परम सन्मानयोग गुरु रूप गुरु खालसा साध संगत जीओ, आप सब वडभागे हो जिथे अकाल पुरख अंतरजामी वाहिगुरु जी के सरगुण स्वरूप दसवें गुरु नानक साहेब सतगुरु श्री गुरु गुरु गोबिंद सिंह साहिब जी महाराज जी ने धर्म चलावन संत उबारन, दुष्ट सबन को मूल उपारन दे वास्ते अवतार धारिया। उस महान पवित्र स्थान तखत श्री हरमंदर जी पटना साहिब जी दे सचखंड दरबार दियां आप हाजरियां भर रहे हों, कलगीधर महाराज जी दियां खुशियां प्राप्त कर रहे हों।
ਸਨਮਾਨਯੋਗ ਖਾਲਸਾ ਜੀ ਸਾਹਿਬ, ਅੱਜ ਦਾ ਦਿਨ ਸਿੱਖ ਕੌਮ ਖਾਲਸਾ ਪੰਥ ਵਾਸਤੇ ਬੜਾ ਹੀ ਨਿਵੇਕਲਾ, ਨਿਆਰਾ, ਬੇਨਜ਼ੀਰ, ਬੇਮਿਸਾਲ, ਲਾਸਾਨੀ, ਵਿਲੱਖਣ, ਬੜਾ ਹੀ ਪਿਆਰਾ ਦਿਨ ਹੈ। ਅੱਜ ਦੇ ਦਿਨ ਗਰੀਬ ਨਿਵਾਜ, ਕਲਯੁਗ ਕੇ ਜਹਾਜ, ਮਹਾਨ ਪਰਉਪਕਾਰੀ, ਧੀਰਜ ਧਾਰੀ, ਧਰਮ ਰੱਖਿਅਕ, ਲੋਕ ਪਰਲੋਕ ਕੇ ਸਹਾਇਕ, ਸਤਿਗੁਰੂ ਸੱਚੇ ਪਾਤਸ਼ਾਹ, ਧੰਨ 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 ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਗਰੀਬ ਨਿਵਾਜ ਮਹਾਰਾਜ ਜੀ ਦਾ ਆਗਮਨ ਪੁਰਬ, ਪ੍ਰਕਾਸ਼ ਉਤਸਵ, ਅਵਤਾਰ ਧਾਰਨ ਗੁਰਪੁਰਬ ਹੈ। ਸਮੁੱਚੇ ਬ੍ਰਹਮੰਡ ਨੇ ਸਤਿਗੁਰਾਂ ਨੂੰ ਜੀਓ ਆਇਆ ਆਖਿਆ। ਨਦੀਆਂ ਨਾਲੇ ਵੀ ਉਸ ਦਿਨ ਸ਼ਹਿਦ ਦੇ ਬਣ ਕੇ ਵਹਿ ਰਹੇ ਸਨ, ਹਵਾਵਾਂ ਕੁਝ ਸਿੱਲੀਆਂ ਸਨ, ਉਹਨਾਂ ਦੇ ਅੰਦਰੋਂ ਵੀ ਖੁਸ਼ੀ ਪ੍ਰਗਟ ਹੋ ਰਹੀ ਸੀ ਔਰ ਨੇਤਰਾਂ ਚੋਂ ਉਤਸ਼ਾਹ ਦੇ ਹੰਝੂ ਸਨ। ਦਰਖਤਾਂ ਵਿੱਚੋਂ ਅੰਮ੍ਰਿਤ ਸਿਮ ਰਿਹਾ ਸੀ ਔਰ ਪੱਥਰ ਵੀ ਰੂੰ ਦੀ ਤਰ੍ਹਾਂ ਨਰਮ ਸਨ। ਹਵਾਵਾਂ ਵਿੱਚ ਸੁਗੰਧੀ ਸੀ। ਸਮੁੱਚਾ ਬ੍ਰਹਿਮੰਡ ਆਨੰਦ ਮਾਣ ਰਿਹਾ ਸੀ। ਕੁਦਰਤ ਵੀ ਕਾਦਰ ਨੂੰ ਜਿਉਂ ਆਇਆ ਆਖ ਰਹੀ ਸੀ ਔਰ ਉੱਚੀ ਉੱਚੀ ਗਾ ਰਹੀ ਸੀ ਕਿ ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦਵਾਰ ਸਗਲਾ ਬਨ ਹਰਾ, ਹਰ ਹਰਾ ਸੁਆਮੀ ਸੁਖੈ ਗਾਮੀ, ਤਾਂ ਕੀ ਉਪਮਾ ਕਿਤ ਗਾਨਾ, ਨਵਲ ਨਵਤਨ ਨਾਹੋ ਬਾਲਾ, ਕਵਨ ਰਸਨਾ ਗੁਣ ਪਣਾ। ਕੁਦਰਤ ਇਹ ਗੱਲ ਕਹਿੰਦੀ ਸੀ ਕਿ ਇਹ ਦੁਨੀਆ ਦੇ ਲੋਕੋ, ਮੇਰੀ ਸੇਜ ਸੋਹੀ ਦੇਖ ਮੋਹੀ, ਕਿ ਹੁਣ ਤਾਂ ਮੈਂ ਪ੍ਰਫੁੱਲਤ ਹੋ ਗਈ, ਆਨੰਦਿਤ ਹੋ ਗਈ। ਮੈਨੂੰ ਰਚਨਹਾਰ ਕਾਦਰ ਸਤਿਗੁਰੂ ਸ੍ਰੀ ਗੁਰੂ ਸਾਹਿਬ, ਸਤਿਗੁਰੂ ਪਿਆਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸਵਰੂਪ ਧਾਰਨ ਕਰਕੇ ਇਸ ਬ੍ਰਹਮੰਡ ਵਿੱਚ ਪ੍ਰਗਟ ਹੋਏ। ਸੰਗਤ ਦੇ ਮਨ ਵਿੱਚ ਬੜੀ ਖੁਸ਼ੀ। ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਨਦਰੇ ਅਨਾਇਤ ਸਾਹਿਬਜ਼ਾਦਾ ਦੇ ਸੀਸ ਉੱਪਰ ਹਮੇਸ਼ਾ ਹੀ ਰਹੀ। ਇਸ ਗੱਲ ਤੋਂ ਕੁੱਲ ਦੁਨੀਆ ਜਾਣੂ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਜੀ ਨੇ ਬਚਪਨ ਦੇ ਪਵਿੱਤਰ ਦਿਨਾਂ ਵਿੱਚ ਹੀ ਬੜੀਆਂ ਵੱਡੀਆਂ ਰਹਿਮਤਾਂ, ਅਨਾਇਤਾਂ, ਬਖਸ਼ਿਸ਼ਾਂ, ਬੜੀਆਂ ਗਰੀਬ ਨਿਵਾਜ ਮਹਾਰਾਜ ਜੀ ਨੇ ਮਿਹਰਾਂ ਕੀਤੀਆਂ ਸਨ। 5 ਸਾਲ ਦੀ ਅਵਸਥਾ ਵਿੱਚ ਆਪ ਜੀ ਗੁਰਿਆਈ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। ਖਾਲਸਾ ਜੀ, ਕੈਸੀ ਉਹ ਬੇਨਜ਼ੀਰ ਘਟਨਾ ਹੈ, ਕੈਸੀ ਬੇਮਿਸਾਲ ਮਨੁੱਖਤਾ ਦੀ ਰਹਿਨੁਮਾਈ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਰ ਰਹੇ ਨੇ ਔਰ ਅਵਸਥਾ 5 ਸਾਲ ਦੀ ਹੈ। ਗੁਰੂ ਸਾਹਿਬਾਨ ਜੀ ਦੀ ਇੱਕ ਵਿਲੱਖਣਤਾ ਹੈ ਇਤਿਹਾਸਕ ਰੂਪ ਦੇ ਵਿੱਚ, ਹੋਰ ਅਵਤਾਰਾਂ, ਪੈਗੰਬਰਾਂ, ਅਵਤਾਰੀ ਪੁਰਸ਼ਾਂ ਦੇ ਨਾਲੋਂ ਵਿਸ਼ੇਸ਼ਤਾ ਹੈ ਸਤਿਗੁਰੂ ਸਾਹਿਬਾਨ ਜੀ ਦੀ ਕਿ ਗੁਰੂ ਸਾਹਿਬਾਨ ਜੀ ਦੇ ਜਿਤਨੇ ਵੀ ਕੌਤਕ ਕੀਤੇ ਨੇ ਉਹ ਇੰਜ ਨੇ ਜਿਵੇਂ ਇੱਕ ਸਧਾਰਨ ਵਿਅਕਤੀ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਜਾਂ ਸਲੀਕਾ ਜਾਂ ਢੰਗ ਜਾਂ ਚੱਜ ਹੋਵੇ, ਬਿਲਕੁਲ ਉਹ ਸਧਾਰਨ ਵਿਅਕਤੀ ਦੀ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਜੀ ਨੇ ਆਪਣਾ ਜੀਵਨ ਬਸਰ ਕੀਤਾ। ਇਹੋ ਹੀ ਕਾਰਨ ਹੈ ਕਿ ਕੁਝ ਕੁ ਪੜ੍ਹੇ ਲਿਖੇ ਸਰੀਰ ਜਿਨ੍ਹਾਂ ਦੇ ਕੋਲ ਸਾਧਨਾ ਨਹੀਂ, ਭਗਤੀ ਬੰਦਗੀ ਨਹੀਂ, ਤਵੱਕਾ ਨਹੀਂ, ਸਿੱਧਕ ਨਹੀਂ, ਭਰੋਸਾ ਨਹੀਂ, ਆਸਥਾ ਨਹੀਂ, ਸ਼ਰਧਾ ਨਹੀਂ, ਭਾਵਨਾ ਨਹੀਂ, ਉਹ ਗੁਰੂ ਸਾਹਿਬਾਨ ਜੀ ਨੂੰ ਇੱਕ ਮਨੁੱਖ ਹੀ ਸਮਝਦੇ ਰਹੇ ਔਰ ਮਨੁੱਖ ਹੀ ਸਮਝ ਰਹੇ ਹਨ। ਇਹੋ ਹੀ ਕਾਰਨ ਹੈ। ਉਹ ਗੱਲ ਅਲੱਗ ਹੈ ਕਿ ਕਈਆਂ ਨੂੰ ਸੋਝੀ ਪੈ ਗਈ ਕਿ ਮਾਨਸ ਕਾ ਕਰ ਰੂਪ ਨਾ ਜਾਣ, ਮਿਲੀ ਨਿਮਾਨੇ ਮਾਂ, ਕਿ ਮੇਰਾ ਗੁਰ ਪਰਮੇਸ਼ਰ ਸੁਖਦਾਈ, ਮੇਰਾ ਗੁਰੂ ਪਰਮੇਸ਼ਵਰ ਹੈ, ਖੁਦਾਇਆ ਹੈ,
ਅਕਾਲ ਪੁਰਖ ਵਾਹਿਗੁਰੂ ਹੈ। ਕਈਆਂ ਨੂੰ ਇਕਨਾਂ ਨੂੰ ਸਭ ਸੋਝੀ ਆਈ ਵਾਲੀ ਗੱਲ ਹੈ। 5 ਸਾਲ ਦੀ ਅਵਸਥਾ ਵਿੱਚ ਆਪ ਗੁਰਤਾ ਗੱਦੀ ਗੁਰਿਆਈ ਤੇ ਸ਼ੁਭਾਇਮਾਨ ਹੋਏ। ਆਪਾਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਜੀ ਮਹਾਰਾਜ ਅੰਬਾਲੇ ਦੇ ਆਸ-ਪਾਸ ਵਿਚਰ ਰਹੇ ਸਨ। ਪੰਜੋਖਰਾ ਨਗਰ ਅਸਥਾਨ ਦਾ ਨਾਮ ਹੈ ਔਰ ਸਤਿਗੁਰੂ ਜੀ ਮਹਾਰਾਜ ਜੀ ਜਦੋਂ ਉੱਥੇ ਸ਼ੁਭਾਇਮਾਨ ਹੋਏ ਤਾਂ ਵਿਦਵਾਨ ਬ੍ਰਾਹਮਣ ਦੇ ਮਨ ਵਿੱਚ ਵਲਵਲਾ ਆਇਆ। ਇੱਕ ਤਾਂ ਨਾਮ ਹਰਿ ਕ੍ਰਿਸ਼ਨ ਜੀ ਸਾਹਿਬ, ਕੱਲਾ ਕ੍ਰਿਸ਼ਨ ਹੀ ਨਹੀਂ ਨਾਲ ਹਰ ਸ਼ਬਦ ਵੀ ਲਾਇਆ ਹੈ, ਜੋ ਕਿ ਸਨਾਤਨ ਮਤ ਦੇ ਖਿਆਲ ਮੁਤਾਬਕ ਭਗਵਾਨ ਦਾ ਜਾਂ ਵਿਸ਼ਨੂੰ ਦਾ ਪ੍ਰਤੀਕ ਹੈ। ਔਰ ਦੇਖੀਏ ਕਿ ਕ੍ਰਿਸ਼ਨ ਦੀ ਉਚਾਰੀ ਹੋਈ ਗੀਤਾ ਪੜ੍ਹ ਵੀ ਸਕਦੇ ਨੇ ਕਿ ਨਹੀਂ, ਉਹੀ ਨਾਮ ਹੀ ਹੈ ਖਾਲੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਣ ਕੇ ਉਹਨੇ ਸਵਾਲ ਵੀ ਕੀਤਾ ਕਿ ਗਰੀਬ ਨਵਾਜ ਮਹਾਰਾਜ, ਇਹ ਮਨ ਵਿੱਚ ਵਲਵਲਾ। ਉਸ ਵੇਲੇ ਮਹਾਰਾਜ ਜੀ ਨੇ ਮੁਸਕਰਾ ਕੇ ਮਿੱਠੜੀ ਜਿਹੀ ਜ਼ਬਾਨ ਤੋਂ ਬਚਨ ਕਹੇ ਸਨ ਔਰ ਮਨ ਵਿੱਚ ਵੀ ਇਹੋ ਹੀ ਖਿਆਲ ਸੀ ਕਿ ਜੇ ਅਸਾਂ ਨੇ ਅਰਥ ਕਰ ਦਿੱਤੇ, ਇਹਨੇ ਸੋਚਣਾ ਸੀ ਚਲੋ ਗੁਰੂ ਘਰ ਵਿੱਚ ਰਹੇ ਨੇ, ਵਿਦਵਾਨਾਂ ਦੀ ਗੁਰੂ ਘਰ ਵਿੱਚ ਵੱਡੀ ਵੱਡੀ ਥਾਂ ਹੈ, ਹੋਰ ਵੀ ਕਈ ਸ਼ੰਕੇ ਜਾਂ ਵਲਵਲੇ ਮਨ ਵਿੱਚ ਆਉਣਗੇ। ਉਸ ਵੇਲੇ ਮਹਾਰਾਜ ਜੀ ਨੇ ਕਿਹਾ ਸੀ, ਭਾਈ ਤੂੰ ਕੋਈ ਹੋਰ ਸਰੀਰ ਲੈ ਕੇ ਆ, ਹੋਰ ਕੋਈ ਗੁਰੂ ਪਿਆਰਾ ਲੈ ਕੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਈ ਤੇ ਉਹ ਵੀ ਗੀਤਾ ਦੇ ਅਰਥ ਕਰ ਦਵੇਗਾ। ਇੱਕ ਛੱਜੂ ਨਾਮ ਦਾ ਵਿਅਕਤੀ ਝੀਵਰ ਬਰਾਦਰੀ ਦੇ ਨਾਲ ਉਹ ਸੰਬੰਧ ਰੱਖਦਾ ਸੀ, ਗਰੀਬੜਾ ਸੀ। ਵਿਦਵਾਨ ਦਾਨੇ ਇਹ ਗੱਲ ਦੱਸਦੇ ਨੇ ਕਿ ਉਹ ਜ਼ਬਾਨ ਤੋਂ ਬੋਲਾ ਵੀ ਸੀ ਔਰ ਕੰਨ ਵੀ ਉਹਦੇ ਕੰਮ ਨਹੀਂ ਸਨ ਕਰਦੇ। ਕੰਨ ਨਾ ਕੰਮ ਕਰਨੇ ਕਰਕੇ ਹੀ ਜ਼ਬਾਨ ਤੋਂ ਬੋਲਾ ਸੀ ਅਸਲ ਵਿੱਚ, ਕਿਉਂਕਿ ਜਿਹੜੇ ਬੱਚੇ ਸੁਣਦੇ ਨਹੀਂ, ਉਹ ਬੋਲਦੇ ਨਹੀਂ। ਭਾਸ਼ਾ ਜਿਹੜੀ ਹੈ ਉਹ ਸੁਣਨ ਤੋਂ ਹੀ ਬਣਦੀ ਹੈ, ਸੁਣਨ ਤੋਂ ਹੀ। ਜੈਸੀ ਉਹ ਭਾਸ਼ਾ ਬੱਚੇ ਸੁਣਦੇ ਨੇ, ਸੋ ਉਸ ਤਰ੍ਹਾਂ ਦੀ ਭਾਸ਼ਾ ਫਿਰ ਉਹਨਾਂ ਦੀ ਜ਼ਬਾਨ ਤੋਂ ਨਿਕਲਦੀ ਹੈ। ਵਿਗਿਆਨੀਆਂ ਡਾਕਟਰਾਂ ਨੇ ਵੀ ਐਕਸਪੈਰੀਮੈਂਟ ਕੀਤੇ ਨੇ। ਨਵ ਜੰਮੇ ਹੋਏ ਬੱਚੇ ਉਹਨਾਂ ਨੇ ਕਿਲਿਆਂ ਦੇ ਵਿੱਚ ਰੱਖੇ, ਹਸਪਤਾਲਾਂ ਦੇ ਵਿੱਚ ਰੱਖੇ, ਸੁੱਖ ਸਹੂਲਤਾਂ ਦਾ ਸਾਰਾ ਇੰਤਜ਼ਾਮ ਕੀਤਾ ਗਿਆ, ਪਰ ਉਹਨਾਂ ਬੱਚਿਆਂ ਦੇ ਕੋਲ ਕੋਈ ਵੀ ਨਹੀਂ ਬੋਲਿਆ। ਦੁੱਧ ਦਾ ਇੰਤਜ਼ਾਮ, ਖਾਣ ਪੀਣ, ਸੌਣ ਜਾਗਣ, ਪਹਿਰਾਣ ਦਾ ਇੰਤਜ਼ਾਮ ਕੀਤਾ ਗਿਆ, ਪਰ ਬੋਲਿਆ ਕੋਈ ਨਹੀਂ ਉਹਨਾਂ ਦੇ ਕੋਲ। ਉਹ ਸਾਰੇ ਦੇ ਸਾਰੇ ਬੱਚੇ ਫਿਰ ਗੂੰਗੇ ਨਿਕਲੇ ਸਨ। ਉਹ ਗੂੰਗਾ ਵੀ ਸੀ ਔਰ ਬੋਲਾ ਵੀ ਸੀ। ਸਰੀਰ ਦੀ ਬਣਤਰ ਵੀ ਕੁਝ ਵਿਸ਼ੇਸ਼ ਸੀ, ਤੁਰਨ ਦਾ ਢੰਗ, ਚੱਲਣ ਦਾ ਢੰਗ ਉਹਦਾ ਬੜਾ ਹੀ ਤਰਸਯੋਗ ਸੀ। ਗਰੀਬੜਾ ਸੀ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਢੋ ਢੋ ਕੇ, ਪਹਿਲਾਂ ਆ ਮੋਟਰਾਂ ਆਦਿਕ ਤੇ ਬਿਲਕੁਲੋਂ ਵੀ ਨਹੀਂ ਸਨ, ਖੂਹਾਂ ਤੋਂ, ਨਦੀਆਂ ਨਾਲਿਆਂ ਤੋਂ ਵਹਿੰਦੇ ਹੋਏ ਤਲਾਬਾਂ ਸਰੋਵਰਾਂ ਚੋਂ ਪਾਣੀ ਲਿਆ ਕੇ ਲੋਕ ਇਸ਼ਨਾਨ ਪਾਣ ਕਰਦੇ, ਵਰਤਦੇ ਸਨ। ਉਹ ਪਾਣੀ ਭਰ ਭਰ ਕੇ ਵਿਚਾਰਾ ਗਰੀਬੜਾ ਗੁਜ਼ਾਰਾ ਕਰਦਾ ਸੀ। ਕਿਸੇ ਦੇ ਮਨ ਵਿੱਚ ਰਹਿਮ ਆਉਂਦੀ, ਤਰਸ ਆਉਂਦਾ ਤੇ ਇੱਕ ਅੱਧਾ ਆਨਾ ਉਹਨੂੰ ਦੇ ਦਿੰਦੇ ਸਨ, ਨਹੀਂ ਤੇ ਕਈ ਵਾਰ ਰੋਟੀ ਪਾਣੀ ਦੇ ਆਸਰੇ ਹੀ ਵਿਚਾਰਾ ਆਪਣਾ ਪੇਟ ਭਰਦਾ ਸੀ। ਉਹ ਵਿਅਕਤੀ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਮਕਸ਼ ਸਾਹਮਣੇ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਬਿਠਾਇਆ ਗਿਆ ਤੇ ਗਰੀਬ ਨਵਾਜ ਮਹਾਰਾਜ ਜੀ ਆਪਣੇ ਹੱਥ ਵਿੱਚ ਖਾਲਸਾ ਜੀ ਸੋਟੀ ਰੱਖਿਆ ਕਰਦੇ ਸਨ। ਇੱਕ ਜਗ੍ਹਾ ਤੇ ਗਏ ਖਾਲਸਾ ਜੀ ਤੇ ਇਤਿਹਾਸ ਉੱਥੇ ਅਜਾਇਬ ਘਰ ਵਿੱਚ ਲਿਖਿਆ ਹੋਇਆ ਪੜ੍ਹ ਕੇ ਮਨ ਨੂੰ ਬੜਾ ਦੁੱਖ ਹੋਇਆ। ਇਹ ਲਿਖਿਆ ਹੋਇਆ ਔਰ ਫੋਟੋ ਵੀ ਲਾਈ ਹੋਈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਦੀ ਸੋਟੀ ਉਹਦੇ ਸਿਰ ਤੇ ਰੱਖੀ ਤੇ ਉਹਨੂੰ ਸੋਝੀ ਹੋਈ। ਹੱਦ ਹੋ ਗਈ। ਸਾਡਾ ਗੁਰੂ ਸਾਹਿਬ ਜੀ ਦੇ ਉੱਪਰ ਕਿੰਨਾ ਵਿਸ਼ਵਾਸ ਘਟਦਾ ਜਾ ਰਿਹਾ, ਸਾਡੀ ਮਾਨਸਿਕਤਾ ਕਿੰਨੀ ਕਮਜ਼ੋਰ ਹੁੰਦੀ ਜਾ ਰਹੀ। ਕਿਰਪਾ ਦੀ ਸੋਟੀ ਕਿਉਂ? ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਉਹ ਕਿਰਪਾ ਵਸਤੂ ਵਿੱਚ ਵੀ ਕਈ ਵਾਰ ਵਰਤਦੀ ਹੈ, ਵਸਤੂ ਵਿੱਚ ਵੀ ਵਰਤਦੀ। ਦੁਨੀਆ ਇਸ ਗੱਲ ਨੂੰ ਜਾਣਦੀ ਹੈ ਕਿ ਸੋਟਾ ਸਾਧੂਆਂ ਦਾ ਸ਼ਿੰਗਾਰ ਰਿਹਾ ਹੈ। ਯਾਦ ਰਹੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਆਪਣੇ ਹੱਥ ਵਿੱਚ ਸੋਟਾ ਰੱਖਿਆ ਕਰਦੇ ਸੀ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਅੱਸਾ ਹੱਥ ਕਿਤਾਬ ਕੱਛ ਕੁੰਜਾ ਬਾਂਗ ਮੁਸੱਲਾ ਧਾਰੀ। ਅੱਸਾ ਸੋਟਾ,
महाराज भी अपने हत्थ विच सोटा रखिया करते सी। जदों इधरों महाराज विचरदे होया सिक्किम चीन वल गए ने, उत्थे खालसा जी कदे जाओ सिक्किम दे विच पिछले दिनी दर्शन होए सन महाराज दी दशमेश पिता जी दी रहमत दे नाल। सो उत्थे एक चुंग थाऊ नाम दा शहर है, ते उत्थे गुरु नानक साहब जी दा स्थान भी है, गुरुद्वारा नानक लामा साहब। ते महाराज जी ने उत्थे अपनी खुंडी गड्डी सी। मजेदार गल, वो रुख दियां जितनियां भी टहनियां ने वो खुंडी टाइप दियां ने, गोलाकार दियां हन, गोलाकार दियां। और ऐसा रुख जो है कुदरत के इतिहास विच, करोड़ां सालां दे इतिहास विच ऐसा रुख नहीं वेखण नूं मिलिया कि जिहदियां टहनियां ऐन बिल्कुलों गोल होण, खुंडी टाइप दियां। महाराज अपने हत्थ विच खुंडा रखिया करदे सी, सोटी रखिया करदे सी। फिर महाराज जदों उपर गए ने झील उपर, लेक उपर, जिहड़ी झील 17,420 फुट की उचाई ते है, उत्थे महाराज जी ने डांग मारी सी। उस अस्थान का नाम अज भी गुरडांग मार साहब है। मतलब गुरु साहब जी अपने हत्थ विच सोटी, डांग, जां इतिहास विच आउंदा कि महाराज बरछा भी रखिया करदे सी हत्थ विच। गुरु अंगद साहब जी भी रखिया करदे सी, गुरु अमरदास महाराज भी रखिया करदे सी, श्री गुरु रामदास महाराज भी रखिया करदे सन, और गुरु अर्जन देव जी महाराज ते अपने हत्थ विच नेजा रखिया करदे सी। जिवें निहंग सिंह बरछा रखदे ने अपने हत्थ विच, महाराज बरछा रखिया करदे। आपां भावें सोचदे हां कि शस्त्र गुरु हरगोबिंद साहब जी दे वेले आए, नहीं खालसा जी। जदों महाराज माऊ नगर विच गए ने ना, माऊ पिंड विच, फलौर दे कोल पंजाब दे विच दुआबे च, माता गंगा जी साहब जी नूं विआउण वास्ते उदों पिंड वाले ने कहा सीगा कि किला पुट्टो फिर ब्याह होवेगा, परख लैनी चाहिए। मान ने कहा परख नहीं लई दी साधुआं दी, ना ही टले। फिर महाराज घोड़े ते सवार होए, और घोड़ी महाराज हमेशा ही अपने कोल रखिया करदे सन। घोड़ी ते सवार होके महाराज जी ने नेजे दे नाल किला, जिहड़ा कि पहाड़ी किक्कर दा मुੱਢ सी, वो पुट के बचन कहे सन, माऊ मारी करतार इस विच वसन झूठे, सिरी इन्हां दे सो टोपियां हाथ फड़ ले ठूठे। मतलब गुरु साहब जी अपने हाथ विच सोटा रखिया करदे सन। और एक होर बचन याद आया, सतगुरु कलगीधर पातशाह जी, दशमेश पिता जी, जगतेश पिता जी, खड़केश पिता जी, अंतरजामी गरीब नवाज, उच्च दे पीर पातशाह जी भी अपने हाथ विच सोटा रखिया करदे सन। महाराज जी दे कोल 52 कवि होए ने। उन्हां कवियां दे कुछ बचन जिहड़े ने कौम दे कोल अज हन, कुछ बचन नहीं हन, सरसा विच प्रवाह होए सन। वो पिछे कवितां दी कथा चली सी इत्थे पटना साहब लड़ीवार कथा विच, कवियां दे कवितां दी कथा। जिहड़े कवि महाराज जी दे कोल रहे ने, उन्हां विचों एक कवि होए ने भाई संतोख सिंह जी, बाबा संतोख सिंह जी, जिहड़े हजूर साहब दे पहले जथेदार हो निबड़े बाद विच। सो वो कवियां ने भी दशमेश पिता जी की महिमा च बड़े बचन कहे ने। उहदे विच भी उन्होंने महाराज जी की सोटी की बड़ी उपमा की, बड़ी प्यारी उपमा कि महाराज तुहाडे हत्थ विच निक्का जिहा सोटा है, अजी महसूस करते हाँ कि ये किधरे सुदर्शन चक्कर है दुश्मनों के सिर फोड़न दे वास्ते, ये किधरे महाराज ये गुरज है। ऐसे ऐसे बड़े बड़े प्यारे बचन महाराज जी की महिमा दे विच कवियां ने कहे। मतलब गुरु साहब जी अपने हत्थ विच सोटी ते शस्त्र रखिया करदे सन, इहदे च कोई दो रावां नहीं। इस करके ये गल कहनी कि किरपा दी सोटी सिर दे उपर रखी, ये जायज़ नहीं नजायज़ है। गुरु साहब जी ने प्रतख सोटी जिहड़ी सी वो अपने हत्थ विच रखी सी। एक बचन होर खालसा जी बड़ा प्यारा याद आया कि वो जिहड़ी महाराज जी की खुंडी सी, वो पंजोखरा साहब के स्थान ते जिथे निशान साहब आ ना, कदे जाओ तो दर्शन करियो, वो निशान साहब के थल्ले दब्बी सी। ते बाद विच उथों दे प्रबंधक साहबाना ने, पंजाब दीयां होर भी कई कमेटियां ने इस तरह जिहड़ा निशान साहब दी उन्होंने बाहर कढ़ना चाहया सी कि निशान साहब जिहड़ा वो बाहर कढ़ दिता जाए। बड़ी मज़ेदार गल खालसा जी कि इक्को एक पूरी कौम दे कोल इक्को एक गुरुद्वारा वा जिहदा निशान साहब इमारत दे अंदर आ, दरबार दे अंदर आ। पंजोखरा साहब जी का निशान साहब जिहड़ा वो इमारत दे अंदर आ, दरबार साहब जी दे अंदर आ, बाहर नहीं। जदों कि निशान साहब बाहर हुंदे ने, उहदा कारण आ क्योंकि गुरु साहब जी ने अपनी जिहड़ी वो सोटी सी उत्थे महाराज जी ने सुशोभित कर दित्ती सी। उन्होंने कड्ढण दा भी यतन कीता सी बड़े लोकां ने,
पर उत्थे एक सिंह ने, शायद मैं नाम ना भुलदा होवां ते भाई कुलदीप सिंह शायद उन्हां दा नाम सी, बड़े गुरु प्यार वाले गुरसिख ने और ब्रह्म ਗਿਆਨੀ श्रीमान संत बाबा ठाकुर सिंह साहेब उन्हां दे ਉਹ ਸੰਗੀ सन। ਉਹ ਸਿੰਘ ਅੜ ਗਏ ਸਨ कि नहीं इस तरह नहीं होना चाहिए, क्योंकि वो उसे नगर के रहने वाले ने ते उन्हां दा घर जिहड़ा वो भी पंजोखरा साहब तो अस्थान तो कोई ज़्यादा दूर नहीं। मतलब गुरु साहब जी ने अपने हाथ की जिहड़ी सोटी सी वो छज्जू गुरसिख दे सीस ते रखी सी, गरीबड़े दे सिर ते। वो चतुर्वेदी बन गया खालसा जी, चतुर्वेदी नहीं सारे वेदां दा करता बन गया समझ लो। ऐसी उहदी उच्च आत्मिक अवस्था बनी कि वेद भी उहदी महिमा नूं बयान ना कर सके। साध की महिमा वेद ना जानना है, जेता सुने तेता बख्यान है, वेद भी ना जान सके। इन्नी वड्डी अवस्था दा मालिक वो गुरु का सिख सज्जिया खालसा जी, इन्नी करनी वाला गुरु का सिख सज्जिया। फिर इन्हां दे परिवार विचों ही पंज प्यारे साहबानां दे विचों भाई हिम्मत सिंह साहब निबड़े। सो सतगुरु जी महाराज जी ने ऐसा गुरसिखी का बूटा लाया। सो गरीब नवाज महाराज पंजोखरा साहब आदि स्थानों तो विचरते हुए महाराज दिल्ली पहुंचे हैं। खालसा जी श्री गुरु हरकृष्ण साहब जी महाराज जी के जीवन दियां कुछ खास ही प्रसिद्ध घटनावां ने जिन्होंने असीं पढ़ते सुनते विचारते जां याद रखते हाँ। जदों महाराज दिल्ली गए ने तो सतगुरु जी महाराज गुरु हरकृष्ण साहब जी ने, गुरु हरराय साहब जी ने वचन किया सीगा कि नह मलेश को दर्शन दहो, कि मलेश नूं दर्शन नहीं देने। मतलब औरंगजेब जिहड़ा गुनाहगार पापी दगेबाज धोखेबाज छली फरेबी झूठा, उहदे मत्थे नहीं लगना, ना दर्शन करना ना दर्शन देना। उस वेले फिर महाराज जिहड़ा गुरुद्वारा बंगला साहब है ना, ये खालसा जी बंगला सी राजे दा, बाग सी बंगला सी सोहना। वो राजा महाराज जी का श्रद्धालु सी और अखीरले समय तक महाराज जी का श्रद्धालु रहा। सो सतगुरु जी महाराज उहदे बंगले दे विच भाग लाए गरीब नवाज सच्चे पातशाह जी ने, ते बड़े यतन कीते सन औरंगजेब ने दर्शन करन दे कि गुरु साहब जी के दर्शन किए जान। और महाराज जी ने कहा सीगा कि नहीं, इन्नी बेपरवाही सतगुरु सच्चे पातशाह जी महाराज जी ने सिख नूं करनी दिखाई। छल फरेब दे नाल भी लिबास भी सो बदल के इस तरह भी इतिहास में आउंदा कि उन्हें महाराज जी के एक बारी दर्शन करने चाहे सी। महाराज ने कहा कि नहीं, इस तरह नहीं हो सकता, असीं इस गुनाहगार दे मत्थे नहीं लगना है। फिर उन्हें कहा सी महाराज कोई उपदेश ही दे दिओ, कोई सिक्ख्या ही दे दिओ। फिर सतगुरु जी महाराज जी ने फिर उस वेले बचन कहे सन, क्या खादा क्या पैदा होए, जामन ना ही सच्चा सोए। फिर उन्होंने महाराज जी ने कस कस के तीर मारे सी कि राज भाग तेरा की करेगा जे तू न्याय ही नहीं करता, जनता ही परेशान हैगी, तेरे तो दुखी हैगी, तेरे राज भाग का की लाभ होया। ऐसे सतगुरु जी सच्चे पातशाह और खालसा जी उन्हां दिनां दे विच एक बीमारी जो हवा दे नाल फैलदी है, जिन्हों चेचक कहंदे ने, एक तरह का बुखार है, कई लोग उन्होंने शीतला भी कहंदे ने। वो बुखार है जिवें अजकल मौसम तब्दील हो रहा तो मौसम तब्दील होने दे नाल वो बुखार चढ़दा। नतीजा ये निकलदा कि शरीर दे उपर निक्कियां निक्कियां फुंसियां हो जांदियां हन। उन्हां फुंसियां दे विच पाक भर जांदी है, रेशा भर जांदा, खून भर जांदा ते बड़ा ही वो दुखी करदा बंदे नूं। करीबन हिंदुस्तान में जमे हुए हर बच्चे नूं एक बारी जरूर वो शीतला, वो चेचक, वो बुखार जिहड़ा हुंदा। और वो बुखार ऐसा कि हवा दे नाल फैलदा, एक तो दूजे नूं, दूजे तो तीजे नूं वो जिहड़ा बुखार है वो हुंदा। भावें कि उहदे अज कई तरह के इलाज भी हैं, पर वो बुखार कुछ ऐसा बुखार है कि एक बारी वो अपना जोर पा के फिर ही हटदा है। वो बुखार जिहड़ा सी, चेचक जो सी, वो दिल्ली दे विच फैली। बहुत लोग बीमार होए, दुखी होए, परेशान होए, अशांत होए। सतगुरु सच्चे पातशाह श्री गुरु हरकृष्ण साहब सच्चे पातशाह जी ਜਿਹੜੇ ਚਬੱਚੇ ਵਿੱਚੋਂ ਆਪ ਜੀ ਇਸ਼ਨਾਨ ਕਰਿਆ ਕਰਦੇ ਸਨ, ਸੋ ਉੱਥੋਂ ਸੰਗਤਾਂ ਇਸ਼ਨਾਨ ਕਰਦੀਆਂ ਔਰ ਗਰੀਬ ਨਵਾਜ ਮਹਾਰਾਜ ਜੀ ਦੀ ਅਨਾਇਤ ਬਖਸ਼ਿਸ਼ ਦੇ ਨਾਲ ਖਾਲਸਾ ਜੀ ਦੇ ਅਰੋਗਤਾ ਉਹਨਾਂ ਨੂੰ ਪ੍ਰਾਪਤ ਹੁੰਦੀ। ਸੋ ਜਦੋਂ ਬਹੁਤ ਸਾਰਾ ਰੋਗ ਇਹ ਫੈਲ ਗਿਆ ਵੱਡੀ ਗਿਣਤੀ ਦੇ ਵਿੱਚ, ਫਿਰ ਸੰਗਤ ਜਿਨੇ ਮਹਾਰਾਜ ਜੀ ਦੇ ਦਰਸ਼ਨ ਕਰਨੇ ਉਹ ਠੀਕ ਹੋਈ ਜਾਵੇ, ਤੰਦਰੁਸਤ ਹੋਈ ਜਾਵੇ, ਐਸੀ ਬਖਸ਼ਿਸ਼, ਐਸੀ ਰਹਿਮਤ।
ਜਦੋਂ ਵੇਖਿਆ ਕਿ 4 ਚਫੇਰੇ ਰੋਗ ਫੈਲ ਗਿਆ, ਖਾਲਸਾ ਜੀ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਹਣੀ ਪਾਲਕੀ ਤੇ ਸ਼ੋਭਾਏਮਾਨ ਹੋ ਕੇ, ਤੇ ਜਿੱਥੇ ਰੋਗੀ ਬਿਮਾਰ ਲੋਕ ਉਹਨਾਂ ਨੂੰ ਲਿਟਾਇਆ ਗਿਆ ਸੀ ਇੱਕ ਖੁੱਲੇ ਮੈਦਾਨ ਦੇ ਵਿੱਚ, ਤੇ ਗਰੀਬ ਨਵਾਜ ਮਹਾਰਾਜ ਜੀ ਦੀ ਪਾਲਕੀ ਉਹ ਮੈਦਾਨ ਦੇ ਵਿੱਚੋਂ ਦੀ ਲੰਘਦੀ ਸੀ। ਜਿਸ ਜਿਸ ਸਰੀਰ ਉੱਪਰ ਸਤਿਗੁਰੂ ਜੀ ਮਹਾਰਾਜ ਜੀ ਦੀ ਨਜ਼ਰ ਪੈਂਦੀ ਸੀ, ਖਾਲਸਾ ਜੀ ਉਹ ਸਰੀਰ ਤੰਦਰੁਸਤ ਹੁੰਦਾ ਜਾਂਦਾ ਸੀ, ਠੀਕ ਹੁੰਦਾ ਜਾਂਦਾ ਸੀ। ਇਸੇ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ ਤੇ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਜਿਨ੍ਹਾਂ ਦੇ ਡਿਠੈ ਕਹੀਏ ਦੇਖਣ ਦੇ ਨਾਲ, ਡਿਠਣ ਦੇ ਨਾਲ, ਤੱਕਣ ਦੇ ਨਾਲ, ਨਜ਼ਰ ਮਿਲਾਉਣ ਦੇ ਨਾਲ ਹੀ ਬਸ ਸਾਰੇ ਦੁੱਖ ਚਲੇ ਜਾਂਦੇ, ਤਕਲੀਫਾਂ ਚਲੀਆਂ ਜਾਂਦੀਆਂ ਨੇ। ਐਸੇ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਜੀ ਅਜੋਕੇ ਦੌਰ ਦੇ ਵਿੱਚ ਮਨੁੱਖੀ ਦਿਮਾਗ ਨੇ ਬੜਾ ਹੀ ਵਾਧਾ ਕੀਤਾ, ਬੜੀਆਂ ਖੋਜਾਂ ਹੋਈਆਂ ਨੇ। ਪਹਿਲਾਂ ਮਨੁੱਖੀ ਦਿਮਾਗ ਇੰਨਾ ਵਿਕਸਿਤ ਨਹੀਂ ਸੀ, ਅੱਜ ਮਨੁੱਖੀ ਦਿਮਾਗ ਬੜਾ ਹੀ ਵਿਕਸਿਤ ਹੋ ਰਿਹਾ ਤੇ ਇਸ ਤੋਂ ਵੀ ਜ਼ਿਆਦਾ ਵਿਕਸਿਤ ਹੋ ਸਕਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਦਿਮਾਗ ਦਾ ਵਿਕਾਸ ਹੋਇਆ, ਦਿਮਾਗ ਦਾ ਵਾਧਾ ਹੋਇਆ, ਉੱਥੇ ਇੱਕ ਨਵੀਂ ਭਾਵਨਾ ਪੈਦਾ ਹੋਈ ਹੈ ਮਨੁੱਖੀ ਮਨ ਵਿੱਚ, ਤੇ ਤਕਰੀਬਨ ਹਰ ਮਨੁੱਖ ਦੇ ਮਨ ਵਿੱਚ ਹੈ, ਕੋਈ ਮੰਨੇ ਜਾਂ ਨਾ ਮੰਨੇ। ਉਹ ਨਵੀਂ ਭਾਵਨਾ ਹੈ, ਉਹਦਾ ਨਾਮ ਹੈ ਤਰਕ। ਤਰਕ ਸ਼ਬਦ ਜਿਹੜਾ ਹੈ ਬੜਾ ਹੀ ਪਿਆਰਾ, ਬੜਾ ਹੀ ਵੱਖਰਾ ਸ਼ਬਦ ਹੈ। 3 ਅੱਖਰਾਂ ਦਾ ਸ਼ਬਦ ਹੈ, ਤੱਤਾ, ਰਾਰਾ ਤੇ ਕੱਕਾ। ਤਰਕ ਨੂੰ ਤੁਸੀਂ ਉਲਟਾ ਕਰੋ ਤਾਂ ਕੀ ਬਣਦਾ? ਕਤਰ। ਕਤਰ ਦੇ ਨਾਲ ਦਾ ਇੱਕ ਸ਼ਬਦ ਹੈ ਕਤਲ, ਉਹਦੇ ਨਾਲ ਦਾ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਕਟਰ। ਜਿਵੇਂ ਸ਼ੀਸ਼ੇ ਨੂੰ ਕੱਟਣ ਵਾਲਾ ਕਟਰ, ਪੱਥਰ ਨੂੰ ਕੱਟਣ ਵਾਲਾ, ਲੋਹੇ ਨੂੰ ਕੱਟਣ ਵਾਲਾ, ਲੱਕੜ ਨੂੰ ਕੱਟਣ ਵਾਲਾ ਕਟਰ। ਤਰਕ, ਕਤਰ ਤੇ ਕਤਲ ਤੇ ਕਟਰ, ਇਹਨਾਂ ਦੇ ਅਰਥ ਜਿਹੜੇ ਨੇ ਇੱਕੋ ਹੀ ਨੇ। ਕਤਲ ਦਾ ਅਰਥ ਵੀ ਕਤਲ ਹੀ ਹੈ ਤੇ ਕਟਰ ਦਾ ਅਰਥ ਵੀ ਕੱਟਣਾ ਹੀ ਹੈ, ਮਾਰਨਾ ਹੀ ਹੈ, ਕਤਲ ਕਰਨਾ ਹੀ ਹੈ। ਤੇ ਕਤਰ ਦਾ ਅਰਥ ਵੀ ਕਤਰਨਾ ਹੀ ਹੈ, ਕੱਟਣਾ ਹੀ ਹੈ, ਟੁੱਕਣਾ ਹੀ ਹੈ। ਤੇ ਤਰਕ ਜਿਹੜਾ ਵਾ ਇਹਦਾ ਅਰਥ ਵੀ ਕਿਸੇ ਚੀਜ਼ ਨੂੰ ਕੱਟਣਾ ਹੈ, ਕਿਸੇ ਦੀ ਗੱਲ ਨੂੰ ਕੱਟ ਦੇਣਾ, ਰਿਜੈਕਟ ਕਰ ਦੇਣਾ ਕਿ ਇਹ ਗੱਲ ਗਲਤ ਹੈ, ਇਹਨੂੰ ਕੱਟ ਦੇਣਾ। ਕਤਰ ਸ਼ਬਦ ਤੋਂ ਹੀ ਕਤਲ, ਕਟਰ ਤੇ ਤਰਕ, ਇਹ 3 ਸ਼ਬਦ ਜਿਹੜੇ ਨੇ ਇਹ ਬੜੇ ਆਸ-ਪਾਸ ਦੇ ਹਨ। ਮਨੁੱਖੀ ਦਿਮਾਗ ਨੇ ਬੜਾ ਹੀ ਵਾਧਾ ਕੀਤਾ ਤੇ ਸਾਡੇ ਮਨ ਵਿੱਚ ਬੜੀਆਂ ਹੀ ਤਰਕਾਂ ਆਉਂਦੀਆਂ ਨੇ ਕਿ ਇੰਜ ਕਿਵੇਂ ਹੋ ਸਕਦਾ, ਕੋਈ ਕਿਵੇਂ ਠੀਕ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਬੜੇ ਮਨ ਵਿੱਚ ਵਲਵਲੇ ਪੈਦਾ ਹੁੰਦੇ, ਪਰ ਨਹੀਂ ਸਾਧ ਸੰਗਤ, ਯਕੀਨ ਮੰਨੋ ਧਰਮ ਦੀ ਦੁਨੀਆ ਬੜੀ ਵੱਖਰੀ ਦੁਨੀਆ ਹੈ। ਘੱਟੋ ਘੱਟ ਸੰਸਾਰ ਤੋਂ ਤਾਂ ਉਲਟੀ ਦੁਨੀਆ ਹੈ, ਸੰਸਾਰ ਤੋਂ ਤਾਂ ਉਲਟੀ ਹੈ ਦੁਨੀਆ, ਨਿਆਰੀ ਹੈ ਦੁਨੀਆ। ਇੱਥੇ ਉਹ ਕੁਝ ਹੁੰਦਾ ਜਿਹੜਾ ਕਦੀ ਹੋ ਹੀ ਨਹੀਂ ਸਕਦਾ, ਜਿਹਦੇ ਬਾਰੇ ਬੰਦੇ ਨੂੰ ਸੋਚਿਆ ਹੀ ਨਹੀਂ ਹੁੰਦਾ। ਕੁਝ ਦੇਖਣ ਦੀ ਮਨ ਵਿੱਚ ਇੱਛਾ ਹੋਵੇ ਤਾਂ ਜ਼ਰੂਰ ਦੇਖਿਓ ਵਾਸੂ ਭਾਰਦਵਾਜ, ਉਹਦਾ ਬਿਆਨ, ਉਹਦੀ ਵੀਡੀਓ YouTube ਤੇ ਵੀ ਹੋਵੇਗੀ ਔਰ ਹੈ। ਦੁਨੀਆ ਜਾਣਦੀ ਹੈ ਕਿ ਉਹ ਇੱਕ ਪੱਤਰਕਾਰ ਸੀ ਕਿਸੇ ਟਾਈਮ। 1699 ਤੋਂ ਪਹਿਲਾਂ ਉਹ ਪੱਤਰਕਾਰ ਸੀ, ਪੜ੍ਹਿਆ ਲਿਖਿਆ ਵਿਅਕਤੀ ਸੀ, ਕੋਈ ਅਨਪੜ੍ਹ ਨਹੀਂ। ਔਰ ਵਿਗਿਆਨ ਦੇ ਨਾਲ ਵੀ ਉਹਦਾ ਬੜਾ ਵਾਹ ਵਾਸਤਾ ਸੀ, ਸਾਇੰਸ ਦੇ ਨਾਲ ਉਹਦੀ ਬੜੀ ਨੇੜਤਾ ਸੀ। ਵਿਗਿਆਨੀ ਸੀ ਉਹ, ਮਾੜਾ ਚੰਗਾ ਪੜ੍ਹਿਆ ਲਿਖਿਆ ਸੀ, ਸਮਝ ਵਾਲਾ ਸੀ, ਅਕਲ ਵਾਲਾ ਸੀ। ਦੁਨੀਆ ਜਾਣਦੀ ਹੈ ਕਿ ਉਹ ਠੀਕ ਨਹੀਂ ਸੀ, ਔਰ ਡਾਕਟਰ ਕਹਿੰਦੇ ਸਨ ਕਿ ਬਚਣ ਦੀ ਕੋਈ ਉਮੀਦ ਨਹੀਂ, ਔਰ ਰਿਪੋਰਟਾਂ ਵੀ ਨਾਲ ਲੈ ਕੇ ਜਾਂਦਾ ਸੀ ਜਿੱਥੇ ਵੀ ਜਾਂਦਾ ਸੀ। ਉਹਦੀ ਜਿਹੜੀ ਘਰ ਵਾਲੀ ਸੀ ਉਹ ਸਿੰਧੀ ਸਿੱਖਾਂ ਦੇ ਵਿੱਚੋਂ ਸੀ। ਸਿੰਧੀ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਬਹੁਤ ਵੱਡੇ ਪ੍ਰੇਮੀ ਔਰ ਸਹਿਜਧਾਰੀ ਸਿੱਖ ਹੁੰਦੇ ਨੇ। ਗੁਰੂ ਘਰ ਦੇ ਵੱਡੇ ਪ੍ਰੇਮੀ ਨੇ, ਕੇਸ ਭਾਵੇਂ ਨਹੀਂ ਰੱਖਦੇ ਹਨ ਪਰ ਗੁਰੂ ਘਰ ਦਾ ਉਹ ਵੀ ਇੱਕ ਹਿੱਸਾ ਨੇ, ਕਿਉਂਕਿ ਸਿੱਖ ਇੱਕ ਕੌਮ ਹੈ ਤੇ ਕੌਮ ਦੇ ਵਿੱਚ ਕਈ ਪੰਥ ਹੁੰਦੇ ਹਨ। ਸਿੱਖ ਇੱਕ ਫੁਲਵਾੜੀ ਹੈ, ਬਗੀਚੀ ਹੈ, ਜਿਹਦੇ ਵਿੱਚ ਕਈ ਤਰ੍ਹਾਂ ਦੇ ਰੁੱਖ ਬ੍ਰਿਸ਼ ਹੁੰਦੇ ਨੇ ਔਰ ਹੋਣੇ ਵੀ ਚਾਹੀਦੇ ਹਨ। ਸਾਡੇ ਵਿੱਚ ਕਈ ਪੰਥ ਨੇ, ਉਦਾਸੀ ਪੰਥ ਹੈ, ਨਿਰਮਲ ਪੰਥ ਹੈ,
कई तरह के पंथ ने, कई तरह के मत मतंत्र हैं, वो भी कौम का एक हिस्सा ही ने और उन्होंने कदे भी दूर करने वास्ते नहीं सोचना चाहिए, कौम का हिस्सा हैं। खैर वो गुरु घर के बड़े बड़े प्रेमी होंदे ने और नितनेमी होंदे ने, उन्होंने बच्चे कीर्तनीय भी होंदे ने। उन्हें कई बारी कहा सीगा कि चलो तुसी बड़े यत्न करके देख ले ने, इलाज करा के देख ले ने। मेरे एक बारी कहण ते तुसी दरबार साहब श्री अमृतसर साहब जाओ, जरूर जाओ, एक बारी कहण ते। उहदे अपने दसन मुताबक और लाइव टीवी दे विच उन्हें बोलिया सी और दरबार साहब जी स्टेज गुरुद्वारा मंजी साहब दीवान हाल, अकाल तख्त साहब जी का जथेदार, दरबार साहब जी के हैड ग्रंथी साहबान और कौम दियां वड्डियां शख्सियतां जिन्हां दे विचों ज्ञानी संत सिंह जी मस्कीन भी खास सन, सब दी हाजरी विच और हजारां दे इकट्ठ विच उन्हें कहा सीगा कि मैं नहीं सी मनदा। अखीर मैं मन्निया कि चलो मरते जाना ही है, जा आउने आ। उन्होंने लम्मे पा के ते लटा के लैके आए सन परिक्रमां दे विच, सब नूं पता। जिथे निशान साहब हैं मीरी अते पीरी का निशान साहब, उत्थे अज भी अस्थान है, सोयने की पालकी सुशोभित है। उत्थे अखंड पाठ साहब प्रकाश होया जो सुखमनी साहब जी का पाठ चल रहा सी। उहदे दसन मुताबक कि सतगुरु श्री गुरु ग्रंथ साहब सच्चे पातशाह जी महाराज जी के चरणों के विचों नीले रंग की एक रोशनी उहदे शरीर अंदर और सिर दे राही प्रवेश हुई और चौंकड़ा मार के बैठा होया सी। और मज़ेदार गल ते ये सी, बड़ी प्यारी गल ते ये सी कि उहदी बेटी ने उन्होंने जिंदगी विच पहली बारी इस तरह चौंकड़ा मार के अखां बंद करके पहली बारी जिंदगी विच देखिया सी। और सब नूं पता सीगा कि इन्हें मर जाना, हुण रहना नहीं, इस करके एक एक पल उहदा कीमती सी उहदे परिवार वास्ते। ते अचनचेत उहदी बेटी उदों फोटो भी खिंच रही सी, अपने कैमरे दे राहीं तस्वीर भी लै रही सी। और खुशी की गल कि वो घटना तस्वीर विच भी फोटो विच भी कैद हो गई, जो बाद विच उन्हें कईयां दे विश्वास प्रगट किए, कईयां दे अंदर सुती हुई भावना, सुती हुई आस्था भी जगाई। वो तंदुरुस्त होया, बाद विच उन्हें रिपोर्टां भी कराइयां और डॉक्टर भी इस गल तो हैरान सन। ते पहलां वालियां रिपोर्टां ते बाद वालियां रिपोर्टां लैके वो थावां थावां ते घुमदा रहा। दरबार साहब भी दिल्ली बॉम्बे आदि शहरां दे विच, श्री आनंदपुर साहब और इस पटना साहब भी वो आप चल के आया सी और उन्हें दुनिया नूं ये गल दसी सी कि इस तरह भी हो सकता है, इस तरह भी हो सकता। खालसा जी अंदर माता जी का खूह है, तखत साहब जी के अंदर परिक्रमां दे विच। ये खूह 1947 तो पहला खारा सी, सब नूं पता। अजकल एक मैं पुस्तक पढ़ रहा भाई वीर सिंह साहब जी की लिखी हुई श्री गुरु बालम साखियां। आप सारे जानते हैं कि भाई वीर सिंह साहब जी का जन्म 1877 का जन्म है तो 1957 विच भाई वीर सिंह साहब जी ने अपना शरीर अलोप किया सी। संत कवि होए, ब्रह्म ज्ञानी हिरदे होए ने भाई साहब भाई वीर सिंह साहिब। उन्होंने वो पुस्तक लिखी है श्री गुरु बालम साखियां। उहदे विच उन्होंने दशमेश पिता जी के बचपन के सारे कौतक बयान किए ने। पढ़ना चाहो तो जरूर पढ़ सकते हो, वह PDF फाइल भी हैगा, नैट तो मिल जाएगा, तुहानू सर्च कीते हैं श्री गुरु बालम साखियां। ते उहदे विच जदों भाई वीर सिंह साहब पटना साहब का जिक्र करते हैं तो जदों ये खूह का जिक्र करते हैं उहदे च लिखा कि खूह अज भी खारा है। मतलब भाई वीर सिंह साहब जी ने 1957 विच शरीर छड्डिया। ਇਹਦਾ मतलब 1957 तो पहला पुस्तक लिखी होगी उन्होंने, ਜਾਂ 1957 तो पहला इत्थे आए होणगे। ते जदों खूह का जिक्र करते हैं कहते खूह अज भी खारा है, कि खूह अज भी खारा, पर अज ये खारा नहीं खूह। तुसीं जल छकिया होवेगा, जे नहीं तो कथा की समाप्ति तो बाद छक लेना। बड़ा मिठा जल। खालसा जी इत्थे ऐसियां ऐसियां खेडां होंदियां जिन्हों असीं दसीए तो लोग कहणगे शायद झूठ ही बोलते, पर ओहो ही जानदा जिहदे नाल वरतदी, ओहो ही जानदा। पहला खूह खारा सी, ये तां सारे जानते ने, पटना साहब जी दे लोग भी जानते ने। हुण खूह मिट्टा है, तुसीं जरूर देख लेना।
ਸਧਾਰਨ ਜਲ ਦੇ ਨਾਲੋਂ ਵੀ ਇਸ ਜਲ ਦੀ ਮਿਠਾਸ ਹੈ, ਮਿੱਠਾ ਹੈ ਜਲ। ਬਿਨਾਂ ਸ਼ੱਕ ਗੁਰੂ ਘਰ ਕੋਈ ਜਾਦੂਗਰੀ ਨਹੀਂ ਹੈ। ਗੁਰੂ ਘਰ ਦੇ ਵਿੱਚ ਕਰਾਮਾਤਾਂ ਨੂੰ ਕੋਈ ਥਾਂ ਨਹੀਂ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਕਰਾਮਾਤ ਨੂੰ ਕਹਿਰ ਗੁਰੂ ਸਾਹਿਬ ਜੀ ਨੇ ਦੱਸਿਆ ਹੈ। ਪਰ ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਇਹ ਕੁਦਰਤ ਕਾਦਰ ਦੀ ਹੈ। ਤੇ ਕੁਦਰਤ ਜੋ ਹੈ ਨਾ, ਇਹ ਇਸਤਰੀ ਹੈ ਔਰ ਕਾਦਰ ਉਹਦਾ ਪਤੀ ਹੈ। ਇਸਤਰੀ ਵੀ ਤਾਂ ਕੁਝ ਆਪਣੇ ਪਤੀ ਲਈ ਖਾਸ ਕਰਨਾ ਚਾਹੁੰਦੀ ਹੈ ਨਾ, ਕੁਛ ਨਾ ਕੁਛ ਤਾਂ ਉਹ ਵਿਸ਼ੇਸ਼ ਕਰਨਾ ਚਾਹੁੰਦੀ ਹੈ ਨਾ, ਆਪਣੀ ਭਾਵਨਾ ਨੂੰ ਪ੍ਰਗਟ ਕਰਨਾ ਚਾਹੁੰਦੀ ਹੈ। ਕਦੇ ਕਦੇ ਇਸ ਤਰ੍ਹਾਂ ਹੁੰਦਾ ਕਿ ਕੁਦਰਤ ਵੀ ਕਾਦਰ ਦੀ ਸੇਵਾ ਦੇ ਵਿੱਚ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਂਦੀ ਹੈ, ਸੁਭਾਅ ਵਿੱਚ ਬਦਲਾਵ ਲਿਆਉਂਦੀ ਹੈ, ਜਿਸ ਦਾ ਨਤੀਜਾ ਇਹ ਨਿਕਲਦਾ ਕਿ ਭਗਤ ਪ੍ਰਹਿਲਾਦ ਜੀ ਵਰਗੇ ਸਾਧੂ ਅੱਗ ਵਿੱਚ ਸੜਦੇ ਨਹੀਂ, ਪਾਣੀ ਡਬੋਂਦਾ ਨਹੀਂ, ਪਾਣੀ ਡਬੋਂਦਾ ਨਹੀਂ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ, ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੁੱਬੇ ਗੁਰ ਪ੍ਰਸਾਦ। ਪਾਣੀ ਨੇ ਡਬੋਇਆ ਕੋਈ ਨਹੀਂ, ਅੱਗ ਨੇ ਸਾੜਿਆ ਕੋਈ ਨਹੀਂ। ਗੁਰਬਾਣੀ ਦਾ ਬਚਨ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਤਨ ਮਨ ਨਾ ਡੋਲੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਹੋ समाए, गंगा की लहर मेरी टूटी जंजीर, मृगशाला पर बैठे कबीर, कहे कबीर को संग ना साथ, जल थल राखन है रघुनाथ। कदे कदे इस तरह हुंदा कि पानी डबोंदा नहीं, कदे कदे सप भी छां कर देंदे ने, कदे कदे रुखां दी छां भी नहीं बदलदी। गुरु नानक देव जी महाराज रुख दे थल्ले शोभाएमान सन और सारे रुखां दी छां बदल गई सी सूरज दे करवट लैण दे नाल। पर गुरु नानक साहब सच्चे पातशाह जी महाराज गरीब नवाज, वो रुख दी छां नहीं सी बदली, राय बुलार भी देख के हैरान हो गया सी। करामात नूं कोई थां नहीं, गुरु साहब जी ने कोई करामात नहीं विखाई, ये सच है। पर कुदरत जिहड़ी है वो कोई ना कोई श्रद्धांजलि देना चाहुंदी है, कुछ ना कुछ अर्पण करना चाहुंदी है, वो अर्पण कर दिंदी, ओदी मौज है। तत जिहड़े ने अपना सुभाव बदल दिंदे ने, ओदी मौज है। कदे कदे हुंदा, चाह के नहीं हुंदा, बंदा चाहे कि हो जावे, उस तरह नहीं हुंदा। और माफ करना साध संगत, जे कोई साधु करनी वाला भी चाह के कुदरत दे निजमां नूं बदलना चाहे ते उहनूं देना पैंदा जे, देना पैंदा जे चाह के बदलिया जावे। हाँ, मौज विच कुछ हो जावे, जिवें माफ करना बाबा अटल राय जी साहेब, मरे हुए शरीर नूं जिंदियां कीता सी, गुरु साहब जी ने कहा नहीं, करामात दिखावनी है कहर जरूरी, श्री प्रभ रजा मिटाए कै परनू है दूरी। क्या रब दे नाल दूरी पैंदी, जां तुसी जाओ जां असीं जावांगे, हुण शरीर दे बदले शरीर। उस वेले बाबा अटल राय साहब जी चिट्टा बस्तर शरीर ते लैके अपना शरीर उन्होंने अलोप कर लिया सी। बाबा गुरदित्ता जी साहिब, उन्होंने भी अपना शरीर, गां मरी हुई जिंदी की सी, उन्होंने भी फिर अपना शरीर अलोप कर लिया। चाह के नहीं, सुते सिद्ध सहज सुभाए हो वैसो होए। सुते सिद्ध जो हो गया सो हो गया, बस आनंद विच जो हो गया सो हो गया। करामात नूं कोई थां नहीं, पर करामात तो मुनकर भी नहीं होया जा सकता। कुदरत कुछ ना कुछ भेंट जरूर करती है। खैर, श्री गुरु हरकृष्ण साहब सच्चे पातशाह जी दे जिथे विचरदे सन, जिवें परछावां सुभावक बंदे दे नाल रहिंदा, इवें रिद्धियां सिद्धियां जड़ियां ने सुभावक ही महात्मा दे चरनां दे मगर रहिंदियां ने। सजू झीवर दा उधार होया, बेअंत लोकां दे रोग दूर होए, अज भी हो रहे ने। गुरुद्वारा श्री बंगला साहब जी दे स्थान तो अखीर महाराज जी ने कुछ वक्त उत्थे दिल्ली बतीत किया, बड़ियां रहमतां कीतियां, बेअंत गुरसिखां नूं निहाल किया। गुरु नानक साहब जी महाराज जी की सिक्खी दिल्ली में सी, क्योंकि महाराज गए सन, उत्थे नानक प्याओ गुरुद्वारा भी है। और सतगुरु गुरु हरगोबिंद साहब जी महाराज भी जदों ग्वालियर के कैदखाने च किले च गए, उदों भी महाराज गए सन। गुरुद्वारा मंजनू का टिला उत्थे शोभाएमान है। सिक्खी दिल्ली में सी आदि काल तो। श्री गुरु हरकृष्ण साहब जी महाराज जी के जाण दे नाल होर भी गुरसिखां दे अंदर सिक्खी का प्रभाव वधिया। बेअंत समा महाराज जी ने उत्थे रहमतां कीतियां। अखीर सतगुरु जी महाराज जी ने हुण भाणा वरताउणा सी। अपने शरीर नूं महाराज जी ने रोग दा पहरावा पहनाया। सो
ਜਦੋਂ ਸਤਿਗੁਰੂ ਜੀ ਮਹਾਰਾਜ ਆਪਣਾ ਸਰੀਰ ਅਲੋਪ ਕਰਨਾ ਚਾਹੁੰਦੇ, ਸਰੀਰ ਤਿਆਗਣਾ ਚਾਹੁੰਦੇ, ਉਸ ਵੇਲੇ ਫਿਰ ਪੁੱਛਿਆ ਕਿ ਅਗਲਾ ਗੁਰੂ ਕੌਣ ਹੋਵੇਗਾ, ਨਵੇਂ ਗੁਰੂ ਸਾਹਿਬਾਨ ਜੀ ਕੌਣ ਹੋਣਗੇ। ਖਾਲਸਾ ਜੀ, ਇਹ ਬੜੀ ਪਿਆਰੀ ਘਟਨਾ ਉਸ ਵੇਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਇਤਿਹਾਸ ਵਿੱਚ ਲਿਖਿਆ ਕਿ ਮਹਾਰਾਜ ਪਲੰਗ ਤੇ ਸ਼ੁਭਾਏਮਾਨ ਸਨ ਤੇ ਸ਼ੁਭਾਏਮਾਨ ਹੋ ਕੇ ਮਹਾਰਾਜ ਜੀ ਨੇ ਮੁੱਠ ਬੰਦ ਕੀਤੀ ਸੀ। ਇਸ ਤਰ੍ਹਾਂ ਲਿਖਿਆ ਇਤਿਹਾਸ ਵਿੱਚ। ਹੱਥ ਜਿਹੜੇ ਸਨ ਇਹਨਾਂ ਨੂੰ ਬੰਦ ਕਰ ਲਿਆ ਸੀ, ਮੁੱਠ ਮੀਚ ਲਈ ਸੀ ਤੇ ਮੁੱਠ ਮੀਚ ਕੇ ਬਚਨ ਕਹੇ ਸਨ, ਬਾਬਾ ਬਸੈ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਕਿ ਬਾਬਾ ਬਕਾਲੇ ਵਸਦਾ ਹੈ, ਕਿਉਂਕਿ ਪਹਿਲਾ ਨਾਂ ਉਹਦਾ ਬਕਾਲਾ ਸੀ। ਗੁਰੂ ਸਾਹਿਬ ਜੀ ਦੇ ਚਰਨ ਪਾਉਣ ਦੇ ਨਾਲ, ਬਾਬਾ ਜੀ ਦੇ ਬਸਣ ਦੇ ਨਾਲ ਉਹਦਾ ਨਾਮ ਬਾਬਾ ਬਕਾਲਾ ਬਣ ਗਿਆ। ਹੁਣ ਵੀ ਬਾਬਾ ਬਕਾਲਾ ਹੀ ਹੈ। ਸੋ ਮਹਾਰਾਜ ਜੀ ਨੇ ਮੁੱਠ ਮੀਚੀ ਸੀ, ਭਾਵ ਗੁਪਤ ਪਹਿਰਾ ਰੱਖਿਆ ਸੀ। ਸੰਗਤਾਂ ਬਾਬੇ ਬਕਾਲੇ ਔਰ ਉਧਰ ਪਖੰਡੀ ਜਿਹੜੇ ਸਨ, ਬਹੁਤ ਸਾਰੇ ਗੁਰੂ ਅੰਸ਼ ਬੰਸ ਵਿੱਚੋਂ ਬਹੁਤ ਹੋਰ ਮਸੰਦ ਵੀ ਇਤਿਹਾਸ ਵਿੱਚ ਲਿਖਿਆ ਕਿ 22 ਮੰਜੀਆਂ ਲਾ ਕੇ ਉੱਥੇ ਬੈਠੇ ਸਨ ਕਿ ਮੈਂ ਗੁਰੂ ਹਾਂ। ਕਿਉਂਕਿ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਨਾਂ ਨਹੀਂ ਸੀ ਦੱਸਿਆ, ਸਿਰਫ ਇੰਨਾ ਕਿਹਾ ਸੀਗਾ ਕਿ ਬਾਬਾ ਬਕਾਲੇ ਆ। ਬਾਬਾ ਦਾਦੇ ਨੂੰ, ਦਾਦੇ ਦੇ ਭਰਾ ਨੂੰ ਆਦਿ ਕਿਸ ਤਰ੍ਹਾਂ ਪੰਜਾਬ ਦੀ ਸੱਭਿਅਤਾ ਦੇ ਵਿੱਚ ਸਿੱਖ ਘਰਾਣਿਆਂ ਵਿੱਚ ਬਾਬਾ ਕਿਹਾ ਜਾਂਦਾ। ਅੱਜ ਕੱਲ੍ਹ ਤੇ ਹੋਰ ਕਈ ਤਰ੍ਹਾਂ ਦੇ ਸ਼ਬਦ ਅਸੀਂ ਵਰਤਦੇ ਹਾਂ। ਸੰਕੋਚ ਕਰਨਾ ਚਾਹੀਦਾ ਹੈ ਸਾਨੂੰ ਔਰ ਆਪਣੀ ਸੱਭਿਅਤਾ ਦੇ ਨਾਲ ਜੁੜਨਾ ਚਾਹੀਦਾ। ਔਰ ਇਹ ਰਿਸ਼ਤਿਆਂ ਦੇ ਨਾਮ ਜਿਹੜੇ ਨੇ ਗੁਰੂ ਸਾਹਿਬ ਜੀ ਨੇ ਵੀ ਫੁੱਫੀ, ਨਾਨੀ, ਮਾਸੀਆਂ, ਦੇਰ ਜਠਾਨੜੀਆਂ, ਇਸੇ ਤਰ੍ਹਾਂ ਇਹ ਸ਼ਬਦ ਨਾਨੀ, ਮਾਸੀ ਤੇ ਭੈਣ, ਭਾਬੀ ਤੇ ਭਰਾ, ਇਹ ਸਾਰੇ ਸ਼ਬਦ ਮਹਾਰਾਜ ਜੀ ਨੇ ਬਾਣੀ ਵਿੱਚ ਵਰਤੇ ਨੇ। ਸ਼ਾਇਦ ਇਸੇ ਲਈ ਵਰਤੇ ਨੇ ਕਿ ਅਸੀਂ ਆਪਣੀ ਸੱਭਿਅਤਾ ਦੇ ਨਾਲ ਜੁੜੇ ਰਹੀਏ। ਅਸੀਂ ਅੰਟੀ ਸ਼ਬਦ, ਅੰਕਲ ਸ਼ਬਦ ਆਦਿਕ ਦੋ ਸੰਕੋਚ ਕਰੀਏ ਔਰ ਜੋ ਸ਼ਬਦ ਹਨ, ਜੋ ਰਿਸ਼ਤੇ ਹਨ, ਉਹਨਾਂ ਦੇ ਨਾਲ ਹੀ ਸਾਨੂੰ ਜੁੜਨਾ ਚਾਹੀਦਾ। ਜਿਵੇਂ ਮਾਸੀ ਸ਼ਬਦ ਹੈ, ਮਾਂ ਸੀ, ਮਾਂ ਵਰਗੀ ਅਰਥ ਨੇ ਇਹਦੇ ਨਾ। ਭਤੀਜਾ, ਭਰਾ ਦੀ ਤ੍ਰਿਆ ਤੋਂ ਜਨਮਿਆ ਹੋਇਆ ਭਤੀਜਾ, ਭਤੀਜਾ, ਭਰਾ ਦੀ ਤ੍ਰਿਆ ਤੋਂ ਜਨਮਿਆ ਹੋਇਆ। ਇਹਨਾਂ ਦੇ ਮਾਇਨੇ ਨੇ ਖਾਲਸਾ ਜੀ, ਕੋਈ ਅਰਥ ਹੈ, ਬੇਅਰਥ ਕੋਈ ਵੀ ਸ਼ਬਦ ਨਹੀਂ। ਖੈਰ, ਇਸ ਵਹਿਣ ਵਿੱਚ ਬਹੁਤਾ ਨਾਮ ਆਹਾਂ। ਗੁਰੂ ਸਾਹਿਬ ਜੀ ਨੇ ਉਸ ਵੇਲੇ ਫਿਰ ਕਿਹਾ ਕਿ ਬਾਬਾ ਬਕਾਲੇ ਹੈ। ਸੋ ਜਦੋਂ ਇਹ ਬਚਨ ਹੋਇਆ, ਪਖੰਡੀ ਉੱਥੇ ਮੰਜੀਆਂ ਲਾ ਕੇ ਆਪੋ ਆਪਣੇ ਡੇਰੇ ਬਣਾ ਕੇ ਬਹਿ ਗਏ ਪਖੰਡ ਕਰਨ ਵਾਸਤੇ। ਸੰਗਤ ਦੇ ਮਨ ਵਿੱਚ ਵੀ ਬੜਾ ਬਲਬਲਾ ਸੀ। ਫਿਰ ਅਖੀਰ ਸਤਿਗੁਰੂ ਜੀ ਮਹਾਰਾਜ, ਸੋ ਗੁਰੂ ਕੇ ਸਿੱਖ ਭਾਈ ਮੱਖਣ ਸ਼ਾਹ ਜੀ ਪਰਉਪਕਾਰੀ, ਉਹਨਾਂ ਦੇ ਰਾਹੀਂ ਸਤਿਗੁਰੂ ਜੀ ਮਹਾਰਾਜ ਪ੍ਰਗਟ ਹੋਏ, ਆਪਾਂ ਸਾਰੇ ਜਾਣਦੇ ਹਾਂ। ਸੋ ਐਸੇ ਪਰਉਪਕਾਰੀ ਸਤਿਗੁਰੂ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ। ਖਾਲਸਾ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਡੇ 8ਵੇਂ ਗੁਰੂ ਸਾਹਿਬਾਨ ਨੇ ਔਰ ਮਨੁੱਖਤਾ ਦੇ ਇਤਿਹਾਸ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਵੀਂ ਲੀਹ, ਨਵਾਂ ਰਸਤਾ ਤੋਰਿਆ। ਦੁਨੀਆ ਦੇ ਲੋਕ ਉਮਰਾਂ ਪੂਜਦੇ ਨੇ, ਉਮਰਾਂ ਪੂਜਦੇ ਆਏ ਨੇ ਔਰ ਮਾਫ ਕਰਨਾ ਅੱਜ ਵੀ ਪੂਜਦੇ। ਉਮਰਾਂ ਵੇਖਦੇ ਲੋਕ ਕਿ ਉਮਰ ਹੈ ਕਿ ਨਹੀਂ ਹੈ, ਇਹਦੀ ਉਮਰਾਂ ਦੇਖਦੇ। ਮਹਾਰਾਜ ਜੀ ਨੇ ਬਿਲਕੁਲ ਧਾਰਨਾ ਨੂੰ ਗਲਤ ਸਾਬਤ ਕੀਤਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਬੜੇ ਪਰਉਪਕਾਰੀ ਨੇ ਔਰ ਮੇਰੀ ਨਿੱਜੀ ਤੌਰ ਤੇ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉੱਪਰ ਬਹੁਤ ਸ਼ਰਧਾ ਹੈ। ਵਿਸ਼ੇਸ਼ ਸਭ ਗੁਰੂ ਸਾਹਿਬਾਨ ਸਾਮਾਨ ਨੇ, ਕੋਈ ਇਹਦੇ 'ਚ ਦੋ ਰਾਵਾਂ ਨਹੀਂ। ਜਿਵੇਂ ਘਰ ਵਿੱਚ ਸਾਰੇ ਰਿਸ਼ਤੇਦਾਰ ਹੁੰਦੇ ਨੇ, ਕਿਸੇ ਨੂੰ ਨਾਨੀ ਚੰਗੀ ਲੱਗਦੀ, ਕਿਸੇ ਨੂੰ ਮਾਂ ਨਾਲ ਬਹੁਤਾ ਪਿਆਰ ਹੁੰਦਾ, ਕਿਸੇ ਨੂੰ ਦਾਦੀ ਨਾਲ ਹੁੰਦਾ, ਕਿਸੇ ਨੂੰ ਭਰਾ ਨਾਲ ਹੁੰਦਾ, ਕਿਸੇ ਨੂੰ ਪਿਤਾ ਜੀ ਨਾਲ ਹੁੰਦਾ, ਕਿਸੇ ਨਾਲ ਖਾਸ ਲਗਾਵ ਜ਼ਰੂਰ ਹੁੰਦਾ। ਰਿਸ਼ਤੇਦਾਰ ਤਾਂ ਸਭ ਸਾਮਾਨ ਹੁੰਦੇ, ਸਭ ਗੁਰੂ ਸਾਹਿਬਾਨ, ਕੋਈ ਫਰਕ ਨਹੀਂ। ਫਰਕ ਕਹਿਣ ਵਾਲਾ ਪਾਪੀ ਹੈ, ਗੁਨਾਹਗਾਰ ਹੈ, ਗੁਨਾਹਗਾਰ ਹੈ। ਪਰ ਵਿਸ਼ੇਸ਼ ਭਾਵਨਾ ਜ਼ਰੂਰ ਜੁੜੀ ਹੁੰਦੀ, ਸਿੱਖ ਦੀ ਵਿਸ਼ੇਸ਼ ਤਵੱਕਾ ਜ਼ਰੂਰ ਜੁੜਿਆ ਹੁੰਦਾ। ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਸਾਹਿਬਾਨ ਵਿਸ਼ੇਸ਼ ਭਾਵਨਾ ਮਨ ਵਿੱਚ, ਉਹਨਾਂ ਨੇ ਬੜੀ ਮਿਹਰ ਕੀਤੀ। ਸਾਡੇ ਵਰਗੇ ਨਾਚੀਜ਼, ਅਦਨੇ, ਗਰੀਬੜੇ, ਮੁਫਲਿਸ, ਮਜਬੂਰ, ਮਜ਼ਦੂਰ ਬੱਚੇ, ਅਨਾਥ ਬੇਸਹਾਰਾ ਬੱਚੇ, ਉਹਨਾਂ ਨੂੰ ਵੀ ਅੱਗੇ ਵਧਣ ਦਾ, ਕੌਮ ਦੀ ਸੇਵਾ ਦਾ ਮੌਕਾ ਦਿੱਤਾ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਨਜ਼ਰ ਅਨਾਇਤ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਮਿਹਰ ਹੈ ਔਰ ਉਹਨਾਂ ਦਾ ਚਲਾਇਆ ਹੋਇਆ ਰਸਤਾ ਹੈ, ਉਹਨਾਂ ਦੀ ਤੋਰੀ ਹੋਈ ਲੀਹ ਹੈ। ਐਸੇ ਪਰਉਪਕਾਰੀ ਸਤਿਗੁਰੂ ਜੀ ਮਹਾਰਾਜ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਖਾਲਸਾ ਜੀ
ਅਵਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ ਹੈ। ਸਭ ਸੰਗਤ ਨੂੰ ਬੇਅੰਤ ਵਧਾਈਆਂ ਹੋਣ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੇ ਵੀ ਸਭ ਬੱਚੇ ਗੁਰਸਿੱਖੀ ਦੇ ਨਾਲ ਜੁੜਨ, ਸਿਦਕ ਦੇ ਨਾਲ ਜੁੜਨ, ਭਰੋਸੇ ਦੇ ਨਾਲ ਜੁੜਨ, ਗੁਰੂ ਸਾਹਿਬ ਜੀ ਦਾ ਬਚਨ ਜੀਵਨ ਵਿੱਚ ਕਮਾਉਣ, ਤਾਂ ਕਿ ਸਤਿਗੁਰੂ ਜੀ ਮਹਾਰਾਜ ਜੀ ਦੇ ਮਨਾਏ ਹੋਏ ਗੁਰਪੁਰਬ ਹੋਰ ਵੀ ਸਫਲ ਹੋ ਸਕਣ। ਸਤਿਗੁਰੂ ਜੀ ਮਹਾਰਾਜ ਜੀ ਦਾ ਇਤਿਹਾਸ ਹੈ ਔਰ ਇਸ ਦੇ ਨਾਲ ਹੀ ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰਸ਼ਬਦ ਵਿਚਾਰ ਚੱਲ ਰਹੀ ਹੈ। ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਗੁਰਬਾਣੀ ਦੇ ਘਰ ਸੁਰਤਾਲ ਵਿੱਚ ਉਚਾਰੀਆਂ ਉਹਨਾਂ ਦੀ ਵਿਚਾਰ ਲੜੀਵਾਰ ਰੂਪ ਦੇ ਵਿੱਚ ਕਰ ਰਹੇ ਹਾਂ। ਇੱਕ ਸ਼ਬਦ ਦੀ ਸਮਾਪਤੀ ਕੱਲ ਦੇ ਦੀਵਾਨਾਂ ਤੱਕ ਹੋਈ ਸੀ। ਅੱਗੇ ਜਿਵੇਂ ਸਤਿਗੁਰੂ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਆ ਰਹੀ ਹੈ, ਆਓ ਸਤਿਗੁਰੂ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ, ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ। ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਜਰੀ ਮਹਲਾ ਪਹਿਲਾ। ਕਵਨ ਕਵਨ ਜਾਚੈ ਪ੍ਰਭ ਦਾਤੇ, ਤਾਕੇ ਅੰਤ ਨ ਪਰਹਿ ਸੁਮਾਰ। ਗੁਜਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਸ਼ਬਦ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਸਮਕਸ਼ ਅਰਦਾਸ ਕਰਦੇ, ਬੇਨਤੀ ਕਰਦੇ ਔਰ ਇਹਦੀ ਮਹਿਮਾ ਉਚਾਰਨ ਕਰਕੇ ਸਾਨੂੰ ਉਪਦੇਸ਼ ਦਿੰਦੇ। ਕਹਿੰਦੇ ਵਾਹਿਗੁਰੂ ਕਵਨ ਕਵਨ ਜਾਚੈ ਪ੍ਰਭ ਦਾਤੇ, ਐ ਦਾਤੇ ਪ੍ਰਭੂ ਜੀ, ਐ ਗੋਬਿੰਦ ਜੀ, ਤੇਰੇ ਕੋਲੋਂ ਕੌਣ ਕੌਣ ਮੰਗਦੇ ਹਨ। ਇਸ ਗੱਲ ਦਾ ਕੋਈ ਅੰਤ ਨਹੀਂ, ਤਾਂ ਕਿ ਅੰਤ ਨਾ ਪਰੇ ਸੁਮਾਰ। ਕੋਈ ਅੰਤ ਪਾਰਾਵਾਰ ਨਹੀਂ, ਕੋਈ ਗਿਣਤੀ ਕੋਈ ਮਿਣਤੀ ਨਹੀਂ, ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ। ਦੇਵਤੇ ਵੀ ਤੇਰੇ ਪਾਸੋਂ ਮੰਗਦੇ ਹਨ, ਦੇਵਤੇ ਵੀ ਉਹ ਵੀ ਮੰਗਦੇ, ਦੈਂਤ ਵੀ ਮੰਗਦੇ ਹਨ ਆਪੋ ਆਪਣੀ ਇੱਛਾ ਮੁਤਾਬਕ। ਕੋਈ ਵੱਡੀ ਉਮਰਾ ਮੰਗਦਾ ਹੈ ਹਰਨਾਕਸ਼ ਦੀ ਤਰ੍ਹਾਂ, ਕੋਈ ਅੰਮ੍ਰਿਤੂ ਜੀਵਨ ਮੰਗਦਾ ਹੈ ਕਿ ਮੈਂ ਮਰਾਂ ਹੀ ਨਾ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਸਾਰੀ ਦੁਨੀਆ ਹੀ ਮੰਗਦੀ ਹੈ। ਮੰਗਣ ਦਾ ਆਪੋ ਆਪਣਾ ਤਰੀਕਾ, ਆਪੋ ਆਪਣੀ ਮੰਗ ਹੈ। ਕੋਈ ਕੁਛ ਮੰਗਦਾ, ਕੋਈ ਕੁਛ। ਬਹੁਤ ਸਾਰੀਆਂ ਐਸੀਆਂ ਵੀ ਵਸਤੂਆਂ ਹੁੰਦੀਆਂ ਨੇ ਜੋ ਸਾਡੇ ਵਾਸਤੇ ਜ਼ਾਇਆ ਹੁੰਦੀਆਂ ਨੇ, ਫਜ਼ੂਲ ਹੁੰਦੀਆਂ ਨੇ, ਫਾਲਤੂ ਹੁੰਦੀਆਂ ਨੇ, ਕਿਸੇ ਵਾਸਤੇ ਬੜਾ ਵੱਡਾ ਮਾਇਨਾ ਹੁੰਦਾ, ਸਾਨੂੰ ਉਹਦੀ ਕਦਰ ਨਹੀਂ ਹੁੰਦੀ ਔਰ ਕੋਈ ਮੰਗ ਰਿਹਾ ਹੁੰਦਾ, ਉਹਦੀ ਮੰਗ ਹੈ ਔਰ ਸਾਡੀ ਮੰਗ ਪੂਰੀ ਹੋ ਚੁੱਕੀ ਹੁੰਦੀ, ਰੱਜ ਚੁੱਕੇ ਹੁੰਦੇ ਹਾਂ। ਉਹ ਬੇਅੰਤ ਹੈ ਖਾਲਸਾ ਜੀ, ਔਰ ਸਾਰੇ ਉਹਦੇ ਪਾਸੋਂ ਮੰਗਦੇ। ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ, ਓਏ ਜੀ ਆਖ ਹੈ ਸੂ ਤੂੰ ਹੈ ਜਾਣ ਹੈ ਤਿੰਨਾ ਪੇ ਤੇਰੀ ਸਾ। ਧਰਤੀ ਜੋ ਹੈ ਮੀਂਹ ਨਾ ਪਵੇ ਤਾਂ ਰੱਬ ਕੋਲੋਂ ਪਾਣੀ ਮੰਗਦੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਸੱਚੇ ਸੁਣਿਆ ਕੰਨ ਦੇ ਧੀਰਕ ਦੇ ਵੈਸਾ, ਇੰਦੇ ਨੂੰ ਫਰਮਾਇਆ। ਫਿਰ ਉਹ ਪਾਣੀ ਮੰਗਦੀ ਹੈ, ਰੁੱਖ ਵੀ ਮੰਗਦੇ ਨੇ ਔਰ ਕਵਲ ਦਾ ਫੁੱਲ ਸੂਰਜ ਮੰਗਦਾ ਕਿ ਮਹਾਰਾਜ ਦਇਆ ਕਰੋ, ਬੜਾ ਮੁਰਝਾ ਲਿਆ, ਹੁਣ ਸੂਰਜ ਚੜ ਜਾਵੇ ਮੈਂ ਖਿੜ ਜਾਵਾਂ। ਤੇ ਰਾਤ ਦੀ ਰਾਣੀ ਜੋ ਹੈ ਉਹ ਚੰਦਰਮਾ ਮੰਗਦੀ ਹੈ ਕਿ ਬੜਾ ਮੁਰਝਾ ਲਿਆ, ਹੁਣ ਕਿਰਪਾ ਕਰੋ ਚੰਦਰਮਾ ਚੜੇ, ਸੂਰਜ ਮਿਟ ਜਾਵੇ, ਇਹ ਚੜਦਾ ਤੇ ਮੈਂ ਮੁਰਝਾ ਜਾਂਦੀ ਹਾਂ। ਮੰਗ ਹੈ ਨਾ ਆਪੋ ਆਪਣੀ। ਕੋਈ ਅੰਧੇਰਾ ਮੰਗਦਾ ਹੈ ਉੱਲੂ, ਕੋਈ ਚਾਨਣ ਮੰਗਦਾ ਹੈ, ਆਪੋ ਆਪਣਾ ਤਰੀਕਾ, ਆਪੋ ਆਪਣੀ ਮੰਗ ਹੈ, ਆਪੋ ਆਪਣੀ ਬਿਰਤੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਦੀ ਮਹਿਮਾ ਵਿੱਚ ਜੁੜ ਕੇ ਉਹਦੀ ਸਰਬ ਵਿਆਪਕਤਾ ਔਰ ਬੜੀ ਵਿਸ਼ਾਲਤਾ ਸਤਿਗੁਰੂ ਜੀ ਮਹਾਰਾਜ ਦਰਸਾਉਂਦੇ। ਐ ਵਾਹਿਗੁਰੂ ਕਮਨ ਕਮਨ ਜਾਚੇ ਪ੍ਰਭ ਦਾਤੇ, ਐ ਪ੍ਰਭੂ ਦਾਤੇ ਜੀ ਤੇਰੇ ਕੋਲੋਂ ਕੌਣ ਕੌਣ ਮੰਗਦੇ ਨੇ, ਇਸ ਗੱਲ ਦੀ ਕੋਈ ਗਿਣਤੀ ਕੋਈ ਮਿਣਤੀ ਨਹੀਂ, ਤੂੰ ਬੇਸ਼ੁਮਾਰ ਹਨ। ਭਾਵ ਸਭ ਦੁਨੀਆ, ਜੀਵ ਜੰਤੂ, ਰੁੱਖ ਮਨੁੱਖ, ਬੰਦੇ ਪਰੰਦੇ, ਕਰੋੜਾਂ ਬ੍ਰਹਮੰਡ, ਨਦੀਆਂ ਨਾਲੇ ਪਰਬਤ ਪਹਾੜ ਬਨਸਪਤੀ ਸਭ ਤੇਰੇ ਪਾਸੋਂ ਮੰਗਦੇ ਹਨ, ਬੇਅੰਤ ਮੰਗਦੇ ਹਨ। ਜੈਸੇ ਭੂਖ ਹੋਏ ਅਵੰਤਰ, ਤੂੰ ਸਮਰਤ ਸਚ ਦੇਵਨ ਹਾਰ। ਪਰਮਾਤਮਾ ਜੈਸੀ ਕਿਸੇ ਦੇ ਮਨ ਵਿੱਚ ਭੂਖ ਹੁੰਦੀ, ਜੈਸੇ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ। ਜੈਸੀ ਕਿਸੇ ਦੀ ਭੁੱਖ ਹੁੰਦੀ, ਮਨ ਵਿੱਚ ਇੱਛਾ ਹੁੰਦੀ, ਸਿੱਕ ਹੁੰਦੀ, ਮਨ ਵਿੱਚ ਅਭਿਲਾਸ਼ਾ ਹੁੰਦੀ, ਮਨ ਵਿੱਚ, ਤੂੰ ਉਸ ਤਰ੍ਹਾਂ ਹੀ ਉਹਨਾਂ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਉਸ ਤਰ੍ਹਾਂ ਹੀ ਐਸਾ ਵੀ ਗ੍ਰੰਥਾਂ 'ਚ ਲਿਖਿਆ ਹੋਇਆ ਹੈ ਕਿ ਇੱਕ ਵਾਰੀ ਮੂਸਾ ਨੇ
ਇੱਕ ਸੂਰ ਨੂੰ ਉਹਦਾ ਭੋਜਨ, ਉਹਦਾ ਆਹਾਰ ਦੇਣ ਤੋਂ ਇਨਕਾਰ ਕੀਤਾ ਸੀ। ਖੁਦਾ ਮੂਸੇ ਪੈਗੰਬਰ ਤੋਂ ਨਾਰਾਜ਼ ਹੋਏ ਸਨ ਕਿ ਨਹੀਂ, ਇਹਦੀ ਇਹੋ ਇੱਛਾ ਔਰ ਇਹਨੂੰ ਇਹੋ ਹੀ ਦੇਣਾ ਹੈ, ਇਹੋ ਹੀ ਦੇਣਾ ਹੈ, ਜੈਸੀ ਕਿਸੇ ਦੀ ਭੂਖ ਹੈ। ਔਰ ਇੱਕ ਹੋਰ ਬੇਨਤੀ ਕਰਾਂ ਖਾਲਸਾ ਜੀ, ਗੁਰੂ ਘਰ ਬੜਾ ਹੀ ਵੱਡਾ ਜੇ, ਯਕੀਨ ਮੰਨੋ ਇੱਥੇ ਹਰ ਅਰਦਾਸ ਪੂਰੀ ਹੁੰਦੀ ਜੇ, ਸੱਚ ਮੰਨੋ ਹਰ ਅਰਦਾਸ ਪੂਰੀ ਹੁੰਦੀ ਜੇ। ਬਸ ਇੱਕੋ ਗੱਲ ਮਨ ਵਿੱਚ ਯਾਦ ਰੱਖਿਓ, ਮੰਗਣ ਲੱਗਿਆਂ ਜ਼ਰੂਰ ਸੋਚ ਲਿਓ, ਦੇ ਦੇਣਾ ਉਹਨੇ, ਦੇ ਦੇਣਾ ਉਹਨੇ। ਮੰਗਣ ਲੱਗਿਆਂ ਜ਼ਰੂਰ, ਜਿਵੇਂ ਕਹਾਣੀ ਆਉਂਦੀ, ਕਿਸੇ ਨੇ ਕਿਹਾ ਸੀਗਾ ਕਿ ਲਿਖਿਆ ਗ੍ਰੰਥਾਂ ਦੇ ਵਿੱਚ ਕਿ ਕਿਸੇ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ, ਸ਼ਿਵ ਜੀ ਪ੍ਰਸੰਨ ਹੋਇਆ, ਕੀ ਮੰਗਣਾ? ਕਹਿੰਦਾ ਵੀ ਮੇਰੇ ਇਸੇ ਤਰ੍ਹਾਂ ਗੁਆਂਢੀ ਦਾ ਬੁਰਾ ਹੋ ਜੇ, ਪੜੋਸੀ ਦਾ ਬੁਰਾ ਹੋ ਜੇ। ਕਹਿੰਦੇ ਹੋਵੇਗਾ, ਪਰ ਅੱਧਾ ਤੇਰਾ ਵੀ ਹੋਵੇਗਾ। ਕਹਿੰਦੇ ਕੋਈ ਗੱਲ ਨਹੀਂ, ਚੱਲਦਾ। ਉਹ ਕਹਿੰਦਾ ਫਿਰ ਇਸ ਤਰ੍ਹਾਂ ਕਰ ਪ੍ਰਮਾਤਮਾ, ਸ਼ਿਵ ਜੀ ਮਹਾਰਾਜ ਭਗਵਾਨ, ਇਸ ਤਰ੍ਹਾਂ ਕਰੋ ਕਿ ਮੇਰੀ ਇੱਕ ਅੱਖ ਅੰਨੀ ਕਰ ਦਿਓ। ਉਹਦੀ ਇੱਕ ਹੋਈ, ਦੂਜੇ ਦੀਆਂ ਦੋਨੋਂ ਹੋ ਗਈਆਂ। ਉਹ ਕਹਿੰਦਾ ਕਿ ਹੁਣ ਇਸ ਤਰ੍ਹਾਂ ਕਰਕੇ ਮੇਰੇ ਘਰ ਦੇ ਮੂਹਰੇ ਇੱਕ ਖੂਹ ਪੁੱਟ ਦੇ। ਤੇ ਦੁਸ਼ਮਣ ਦੇ ਘਰੇ 2 ਪੁੱਟੇ ਗਏ ਸਨ। ਮਰ ਦੁਸ਼ਮਣ ਗਿਆ ਸੀ, ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਮਰ ਗਿਆ ਕਿਉਂਕਿ ਉਹਦੀਆਂ 2 ਅੱਖਾਂ ਗਈਆਂ ਔਰ ਉਹਦੇ ਘਰ ਦੇ ਮੂਹਰੇ 2 ਖੂਹ ਸਨ। ਪਰ ਚੈਨ ਦੇ ਨਾਲ ਉਹ ਵੀ ਨਹੀਂ ਸੌਂ ਸਕਿਆ ਜਿਹਨੇ ਉਹਦਾ ਬੁਰਾ ਮੰਗਿਆ। ਚੱਜ ਦੀ ਨੀਂਦ, ਕਿਉਂਕਿ ਇੱਕ ਤਾਂ ਅੱਖ, ਇੱਕ ਦੇਖ ਨਾ ਸਕਿਆ। ਉਹ ਡਿੱਗਣ ਦਾ ਡਰ ਹਰ ਵੇਲੇ, ਸੱਲ ਮਨ ਵਿੱਚ ਦੁੱਖ ਪਰੇਸ਼ਾਨੀ, ਉਹਨੂੰ ਵੀ ਮਿਲਦਾ ਸਭ ਕੁਝ ਇੱਥੇ, ਪਰ ਮੰਗਣ ਲੱਗਿਆਂ ਜ਼ਰੂਰ ਸੋਚਣਾ ਚਾਹੀਦਾ। ਇਸੇ ਲਈ ਗੁਰੂ ਸਾਹਿਬ ਜੀ ਨੇ ਮੰਗਨ ਮੰਗ ਤਾਂ ਇੱਕ ਹੈ ਮੰਗ, ਨਾਨਕ ਜਾਤੇ ਪਰੇ ਪਰਾਗ ਦੇ ਬਚਨ ਕਹੇ। ਮਹਾਰਾਜ ਕਹਿੰਦੇ ਜੈਸੀ ਭੂਖ ਹੋਏ ਆ ਬੇਅੰਤਰ, ਜੇ ਅਸੀਂ ਕਿਸੇ ਦੇ ਹਿਰਦੇ ਵਿੱਚ ਭੁੱਖ ਹੁੰਦੀ, ਪ੍ਰਮਾਤਮਾ ਤੂੰ ਸਮਰੱਥ ਹੈ, ਸੱਚਾ ਹੈ, ਦੇਵਨਹਾਰ ਹੈ ਔਰ ਸਭ ਦੀ ਭੁੱਖ, ਸਭ ਦੀ ਇੱਛਾ ਤੂੰ ਪੂਰੀ ਕਰਦਾ ਹੈ। ਐ ਜੀ ਜਪ ਤਪ ਸੰਜਮ ਸੱਚੇ ਆਧਾਰ। ਸਤਿਗੁਰੂ ਜੀ ਮਹਾਰਾਜ ਕਹਿੰਦੇ ਆ ਪਿਆਰੇ ਜੀ, ਐ ਜਗਿਆਸੂ ਜੀ, ਸੱਚੇ ਪ੍ਰਮਾਤਮਾ ਦਾ ਸੱਚਾ ਨਾਮ ਔਰ ਨਾਮ ਦਾ ਆਸਰਾ ਹੀ ਮੇਰੇ ਲਈ ਜਪ ਹੈ, ਮੇਰੇ ਲਈ ਤਪ ਹੈ ਔਰ ਮੇਰੇ ਲਈ ਸੰਜਮ ਹੈ। ਹਰ ਹਰ ਨਾਮ ਦੇ ਸੁਖ ਪਾਈਐ, ਤੇਰੀ ਭਗਤ ਪਰੇ ਭੰਡਾਰ। ਰਹਾਉ ਵਿਸ਼ਰਾਮ ਦੇ ਕੇ ਔਰ ਵਿਸ਼ਰਾਮ ਤੇ ਸਮਾਪਤੀ ਕਰਦੇ ਹੋਏ ਸਤਿਗੁਰੂ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਔਰ ਬੇਨਤੀ ਕਰਦੇ, ਪ੍ਰਮਾਤਮਾ ਮੈਨੂੰ ਪਤਾ ਹੈ ਤੂੰ ਦਾਤਾ ਹੈ, ਦੇਣ ਵਾਲਾ ਹੈ, ਤੇ ਮੈਂ ਤੇਰੇ ਕੋਲੋਂ ਕੁਝ ਹੋਰ ਨਹੀਂ ਮੰਗਦਾ, ਇੱਕੋ ਹੀ ਦਾਤ ਮੰਗਦਾ ਕਿ ਹਰ ਹਰ ਨਾਮ ਦੇ, ਮੈਨੂੰ ਕਿਰਪਾ ਕਰਕੇ ਨਾਮ ਦੇ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲਿਆ ਕਿਰਪਾ ਗੁਣ ਗਾ। ਹੋਰ ਕੁਛ ਮੇਰੇ ਨਾਲ ਨਹੀਂ ਜਾਣਾ, ਇਸ ਕਰਕੇ ਤੂੰ ਮੈਨੂੰ ਨਾਮ ਦੀ ਹੀ ਦਾਤ ਬਖਸ਼, ਨਾਮ ਦੀ ਹੀ ਦਾਤ ਦੇ, ਜਿਸ ਨਾਮ ਕਰਕੇ ਸੁਖ ਪਾਈਐ। ਹਰ ਹਰ ਨਾਮ ਦੇਹ ਸੁਖ ਪਾਈਐ, ਆਤਮਿਕ, ਸਰੀਰਕ ਔਰ ਇਹ ਲੋਕ ਦਾ ਔਰ ਪਰਲੋਕ ਦਾ ਵੀ ਸੁਖ ਪ੍ਰਾਪਤ ਹੁੰਦਾ ਹੈ। ਤੇਰੀ ਭਗਤ ਭਰੇ ਭੰਡਾਰ, ਤੂੰ ਦਇਆ ਕਰ, ਤੇਰੀ ਭਗਤੀ ਦੇ ਭੰਡਾਰੇ ਭਰੇ ਪਏ ਨੇ, ਉਸ ਭੰਡਾਰਿਆਂ ਦੇ ਵਿੱਚੋਂ ਥੋੜਾ ਜਿਹਾ ਕਿਣਕਾ ਮੇਰੀ ਵੀ ਝੋਲੀ ਵਿੱਚ ਪਾ ਦੇ, ਮੈਨੂੰ ਵੀ ਇਹ ਦਾਤ ਪ੍ਰਾਪਤ ਹੋ ਜਾਵੇ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹਾਂ ਤੈ ਪਹਿ ਮੰਗੋ, ਦੇਹ ਆਪਣਾ ਨਾ। ਇਹ ਸ਼ੁਭ ਸਿੱਖਿਆ ਪਾਵਨ ਉਪਦੇਸ਼ ਜਗਤ ਗੁਰੂ ਬਾਬਾ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਡੇ ਤਾਈਂ ਬਖਸ਼ਿਆ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਥਾ ਕਰਦੇ ਆ। ਹੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ ਛਿਮਾ, ਗਾ ਤੋਂ ਸੋਝੀ ਦੇਣੀ ਜੀ। ਲੇਖਿਆ ਗਣਤ ਨਾ ਛੁੱਟੀ ਐ, ਕਾਚੀ ਪੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਐ ਜੀ ਜਪ ਤਪ ਸੰਜਮ ਸੱਚੇ ਆਧਾਰ, ਹਰ ਹਰ ਨਾਮ ਦੇਹ ਸੁਖ ਪਾਈਐ, ਤੇਰੀ ਭਗਤ ਭਰੇ ਭੰਡਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।